ਗੁਰੂ ਸਾਹਿਬ ਜੀ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬ੍ਰਹਮਾ ਵਿਸ਼ਨ ਸਿਰੈ ਤੈ ਅਗਨਤ ਤਿਨ ਕੋ ਮੋਹ ਭਇਆ ਮਨ ਮਦ ਕਾ 84 ਲੱਖ ਜੋਨ ਉਪਾਈ ਰਿਜਕ ਦਿਆ ਸਭ ਹੂੰ ਕਹੁ ਤਦ ਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸ਼ੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਵਾਹਿਗੁਰੂ ਸਾਹਿਬ ਜੀ ਬਾਰਹ ਮਾਹ ਮਾਂਝ ਮਹੱਲਾ ਪੰਜਵਾ ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲਹੁ ਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਤੇਨ ਦੁਧ ਤੇ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੈ ਭਾਠ ਨਗਰ ਸੇ ਗ੍ਰਾਮ ਸਰਬ ਸਿੰਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ ਚੇਤ ਗੋਵਿੰਦ ਅਰਾਧਿਆ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ ਇਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵਈ
ਕਿਤੜਾ ਦੁਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਮਹੀਨੇ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਨੇ ਸਿੱਖ ਕੌਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਡਾਕਟਰ ਮਨਪ੍ਰੀਤ ਸਿੰਘ ਜੀ ਰਜੌਰੀ ਗਾਰਡਨ ਵਾਲੇ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਬੈਠ ਕੇ ਗੁਰਬਾਣੀ ਵਿਚਾਰ ਸਰਵਣ ਕਰੀਏ। ਅੱਜ ਨਾਨਕਸ਼ਾਹੀ ਕੈਲੰਡਰ ਮੁਤਾਬਕ ਨਵਾਂ ਸਾਲ ਆਰੰਭ ਹੋਇਆ ਹੈ। ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲਹ ਤਬ ਬਿਸਮ ਹੋਏ ਜਾਏ। हम जैसे अपराधी अवर कोई राखै, जैसे हम सतगुर राख लिए छड़ाए। तू गुर पिता तू है गुर माता, तू गुर बंदप मेरा सखा सखाए। जो हमरी बिद होती मेरे सतगुरा, सा बिद तुम हर जान हो आपे। हम रुलते फिरते कोई बात न पूछता, गुर सतगुर संग की रे हम थापे। तू मेरो मेर पर्बत स्वामी, ओट गही मैं तेरी। ना तुम डोलो हो ना हम गिरते, रख लीनी हर मेरी। हाजरा हजूर ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਚਬਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਭੰਡਾਰ ਬਰਦੋ ਆਲਮ ਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ
ਮੁਕੱਦਸ ਹਜ਼ੂਰੀ ਅੰਦਰ ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਅਸ਼ਟਮ ਬਲਬੀਰਾ, ਜਿਨ੍ਹਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਬੇਅੰਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਘਰਾਂ ਕਾਰੋਬਾਰਾਂ ਵਿੱਚ ਬੈਠ ਕੇ ਇਸ ਪਾਵਨ ਦਰਬਾਰ ਦੇ ਵਿੱਚ ਸੁਰਤ ਕਰਕੇ ਨਾਨਕ ਨਾਮ ਲੇਵਾ ਸੰਗਤ ਆਪਣੀਆਂ ਹਾਜ਼ਰੀਆਂ ਲਵਾ ਰਹੀਆਂ ਨੇ। ਆਪ ਜਿੰਨੇ ਗੁਰਦਰਬਾਰ ਵਿੱਚ ਮੌਜੂਦ ਹੋ, ਜਿੰਨੇ ਇਸ ਪਾਵਨ ਸਥਾਨ ਦੀ ਸਰਦਲ ਦੀ ਧੂੜ ਆਪਣੇ ਮਸਤਕ 'ਤੇ ਲਾ ਰਹੇ ਹੋ, ਵੱਡੇ ਭਾਗਾਂ ਵਾਲੇ ਹੋ। ਜਿੰਨੇ ਘਰ ਬੈਠੇ ਸਰਵਣ ਕਰ ਰਹੇ ਹੋ, ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਹੈ। ਆਪ ਬਖਸ਼ੋ ਅਸੀਸ। ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਅੱਜ ਮਹੀਨਾ ਸਰਵਣ ਕੀਤਾ ਹੈ, ਜਿੱਥੇ ਅੱਜ ਚੇਤ ਦੇ ਮਹੀਨੇ ਦੀ ਆਰੰਭਤਾ ਹੈ, ਉੱਥੇ ਅੱਜ ਨਾਨਕ ਸ਼ਾਹੀ ਸੰਮਤ 555 ਨਵੇਂ ਸਾਲ ਦੀ ਆਮਦ ਵੀ ਹੈ। ਜਿੱਥੇ ਅਸੀਂ ਅੰਗਰੇਜ਼ੀ ਕੈਲੰਡਰ ਦੇ ਰੋਮਨ ਤਰੀਕੇ ਦਾ ਨਵਾਂ ਸਾਲ 31 ਦਸੰਬਰ ਤੇ 1 ਜਨਵਰੀ ਬਹੁਤ ਜ਼ਿਆਦਾ ਉਤਸ਼ਾਹ ਨਾਲ ਮਨਾਉਂਦੇ ਹਾਂ, ਪਰ ਗੁਰੂ ਕੇ ਸਿੱਖੋ, ਸਾਡਾ ਗੁਰੂ ਪ੍ਰਤੀ ਜਿਹੜਾ ਫਰਜ਼ ਹੈ, ਜਿੱਥੇ ਅਸੀਂ ਸੰਸਾਰੀ ਕਾਰ ਵਿਹਾਰ ਅੰਗਰੇਜ਼ੀ ਕੈਲੰਡਰ ਰਾਹੀਂ ਕਰਦੇ ਹਾਂ, ਉੱਥੇ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਨਤਮਸਤਕ ਹੋਣ ਵਾਲੇ, ਆਪਣਾ ਸਭ ਕੁਝ ਗੁਰੂ ਨੂੰ ਭੇਟ ਕਰਨ ਵਾਲੇ, ਕੁਰਬਾਨ ਕਰਨ ਵਾਲੇ, ਗੁਰੂ ਕੇ ਸਿੱਖ ਕਹਾਉਣ ਵਾਲੇ, ਜੇ ਗੁਰੂ ਦਾ ਹੁਕਮ ਹੀ ਨਾ ਮੰਨੀਏ ਤੇ ਫਿਰ ਅਸੀਂ ਪ੍ਰਵਾਨ ਨਹੀਂ ਹੋਵਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2 12ਮਾਹ ਨੇ, ਇੱਕ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ, ਤੇ ਇੱਕ 12ਮਾਹ ਮਾਝ ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦੀ ਮਾਝ ਰਾਗ ਵਿੱਚ, ਜਿਹੜੀ ਆਪ 12 ਮਹੀਨੇ ਦੀ ਹਰ ਮਹੀਨੇ ਦੀ ਆਮਦ ਤੇ ਸਰਵਣ ਕਰਦੇ ਹੋ। ਇਹ 14 ਪਦਿਆਂ ਦਾ ਉਪਦੇਸ਼ 12 ਮਹੀਨੇ ਦੇ ਵਾਸਤੇ ਸਤਿਗੁਰ ਜੀ ਨੇ ਦਿੱਤਾ ਹੈ। ਜਿੱਥੇ ਅੱਜ ਚੇਤ ਦੇ ਮਹੀਨੇ ਦੀ ਆਰੰਭਤਾ, ਉੱਥੇ ਸੰਮਤ ਨਾਨਕ ਸ਼ਾਹੀ 555 ਨਵੇਂ ਸਾਲ ਦੀਆਂ ਆਪ ਸਾਰੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ। ਆਪ ਬਖਸ਼ੋ ਅਸੀਸ। ਆਓ ਜੋ ਸਤਿਗੁਰ ਜੀ ਨੇ ਇਸ ਮਹੀਨੇ ਰਾਹੀਂ ਸਾਨੂੰ ਉਪਦੇਸ਼, ਇਸ ਮਹੀਨੇ ਇਸ ਸ਼ਬਦ ਰਾਹੀਂ ਸਾਨੂੰ ਜੀਵਨ ਜੁਗਤ ਦੀ ਜਾਚ ਬਖਸ਼ੀ ਹੈ, ਉਹਦੀ ਵਿਚਾਰ ਕਰ ਸਕੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਰਹਿਮ ਕਰਨ। ਆਪ ਸੰਗਤ ਅਸੀਸ ਬਖਸ਼ੋ। ਗੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਸਰ ਸਾਡੇ ਨੌਜਵਾਨ ਬੱਚਿਆਂ ਦੇ ਮਨ ਵਿੱਚ ਇਹ ਖਿਆਲ ਆਏਗਾ ਕਿ ਇਹ ਕਿਹੜਾ ਨਵਾਂ ਸਾਲ ਹੋਇਆ, ਕਿਉਂਕਿ ਇਹ ਸਾਡੀ ਬਦਕਿਸਮਤੀ ਰਹੀ ਹੈ ਕਿ ਅਸੀਂ ਦੁਨੀਆ ਦੇ ਸਾਰੇ ਵਿਦਿਆ, ਦੁਨੀਆ ਦੀ ਸਾਰੀ ਪਦਾਰਥਕ ਸੁੱਖ, ਦੁਨੀਆ ਦੇ ਦਿਖਦੇ ਪਸਾਰੇ ਦੀ ਸਾਰੀ ਜਾਣਕਾਰੀ ਰੱਖੀ ਬੈਠੇ ਹਾਂ, ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਸ ਅਗਮੀ ਖਜ਼ਾਨੇ ਨਿਧਾਨ ਤੋਂ ਅਸੀਂ ਮੂੰਹ ਮੋੜੀ ਬੈਠੇ ਹਾਂ। ਸਾਡੇ ਆਮ ਕਰਕੇ ਨੌਜਵਾਨ ਬੱਚੇ, ਸਿੱਖ ਬੱਚੇ ਬੱਚੀਆਂ ਇਹ ਕਹਿਣਗੇ ਕਿ ਨਵਾਂ ਸਾਲ ਤੇ ਅਸੀਂ ਮਨਾ ਚੁੱਕੇ ਹਾਂ। 1 ਜਨਵਰੀ 2023 ਜਦ ਚੜ੍ਹਿਆ, ਇਹ ਕਿਹੜਾ ਨਵਾਂ ਸਾਲ ਹੋਇਆ? ਗੁਰੂ ਪਿਆਰਿਓ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤੁਖਾਰੀ ਰਾਗ ਵਿੱਚ 12ਮਾਹ ਉਚਾਰਨ ਕੀਤੀ, ਤੇ ਉੱਥੇ ਜਦ ਇਹ ਸਾਰੇ ਸਾਲ ਦੇ 12 ਮਹੀਨਿਆਂ ਦੀ ਵੰਡ ਹੁੰਦੀ ਹੈ, ਤੇ ਇਹ ਵੰਡ ਕੋਈ ਮਨੁੱਖੀ ਨਹੀਂ ਹੈ, ਇਹ ਰੱਬ ਦੀ ਦਿੱਤੀ ਹੋਈ ਹੈ। ਸੂਰਜ ਏਕੋ ਰੁੱਤ ਅਨੇਕ, ਇੱਕੋ ਸੂਰਜ ਹੈ। ਔਰ ਜਦ ਸੂਰਜ 30 ਦਿਨਾਂ ਬਾਅਦ ਅਗਲੀ ਰਾਤ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤੇ ਮੌਸਮ ਬਦਲ ਜਾਂਦਾ ਹੈ। ਇਸ 12 ਮਹੀਨਿਆਂ ਦੇ ਵਿੱਚ 6 ਰੁੱਤਾਂ ਨੇ, ਤੇ 6 ਰੁੱਤਾਂ ਦੇ ਵਿੱਚੋਂ ਚੇਤ ਤੇ ਵਿਸਾਖ, ਭਾਵ ਚੇਤ ਦੀ ਆਰੰਭਤਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਸੰਤ ਰੁੱਤ ਦਾ ਆਗਾਜ਼ ਮੰਨਦੀ ਹੈ। ਭਾਵੇਂ ਕਿ ਸਿੱਖ ਤਵਾਰੀਖ ਦੇ ਵਿੱਚ, ਸਿੱਖ ਰਹੁ ਰੀਤ ਦੇ ਵਿੱਚ ਮਾਘ ਦੀ ਸੰਗਰਾਂਦ ਤੋਂ ਲੈ ਕੇ
ਫੱਗਣ ਤੱਕ ਭਾਵ ਹੋਲਾ ਮਹੱਲਾ ਤੱਕ ਬਸੰਤ ਗਾਇਆ ਜਾਂਦਾ ਹੈ। ਬਸੰਤ ਰਾਗ ਖੁੱਲ੍ਹਦਾ ਹੈ ਮਾਘ ਦੇ ਮਹੀਨੇ ਭਾਵ ਮਾਘ ਦੀ ਆਰੰਭਤਾ ਤੋਂ, ਅਤੇ ਬਸੰਤ ਰਾਗ ਦੀ ਸਮਾਪਤੀ ਹੁੰਦੀ ਹੈ ਹੋਲੇ ਮਹੱਲੇ ਵਾਲੇ ਦਿਨ। ਔਰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲੈ ਕੇ ਜਿੰਨੇ ਇਤਿਹਾਸਕ ਸਥਾਨ ਨੇ, ਭਾਵੇਂ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਦੇ, ਔਰ ਸਾਰੇ ਦੇਸ਼ ਦੇ ਇਤਿਹਾਸਕ ਸਥਾਨਾਂ 'ਤੇ ਔਰ ਸਾਰੇ ਵਿਸ਼ਵ ਦੇ ਗੁਰੂ ਧਾਮਾਂ ਦੇ ਵਿੱਚ ਬਸੰਤ ਰਾਗ ਗਾਇਆ ਜਾਂਦਾ ਹੈ, ਬਸੰਤ ਕੀ ਵਾਰ ਪੜ੍ਹੀ ਜਾਂਦੀ ਹੈ। ਅਤੇ ਇਹ ਦੱਸਿਆ ਗਿਆ ਕਿ ਜੇ ਬਸੰਤ ਬਾਹਰ ਦੀ ਰੁੱਤ ਆ ਕੇ ਚਲੀ ਜਾਏਗੀ ਅਤੇ ਸੈਂਕੜੇ ਬਸੰਤ ਤੇਰੇ ਜੀਵਨ ਵਿੱਚ ਆਈਆਂ ਅਤੇ ਆ ਕੇ ਚਲੀ ਗਈਆਂ, ਪਰ ਇਹ ਬਸੰਤ ਗੁਰੂ ਅਰਜੁਨ ਸਾਹਿਬ ਜੀ ਇਹ ਚੇਤ ਦਾ ਮਹੀਨਾ ਔਰ ਇਸ ਮਹੀਨੇ ਦੇ ਨਾਲ ਐਸੀ ਬਸੰਤ ਰੁੱਤ ਦਾ ਜ਼ਿਕਰ ਕਰਦੇ ਜਿਹੜੀ ਬਾਹਰ ਦੀ ਨਹੀਂ, ਉਹ ਅੰਦਰ ਦੀ ਹੈ। ਜਿਸ ਦਿਨ ਇਹ ਬਸੰਤ ਅੰਦਰ ਆ ਗਈ, ਬਾਹਰ ਦੀ ਬਸੰਤ ਤੇ ਚਲੀ ਜਾਏਗੀ ਸਮਾਂ ਪਾ ਕੇ ਸੂਰਜ ਦੀ ਰਾਸ ਨਾਲ, ਸੂਰਜ ਦੇ ਸਮੇਂ ਨਾਲ, ਪਰ ਜਿਸ ਦਿਨ ਇਹ ਬਸੰਤ ਅੰਦਰ ਵਸ ਗਈ, ਇਹ ਬਸੰਤ ਦਾ ਨਾਸ਼ ਕਦੀ ਨਹੀਂ ਹੋਏਗਾ। ਗੁਰੂ ਅੰਗਦ ਸਾਹਿਬ ਜੀ ਦਾ ਉਪਦੇਸ਼ ਅਸੀਂ ਪੜ੍ਹਦੇ ਹਾਂ, ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੈ ਕੰਤ ਦਿਸਾਪੁਰੀ ਸੇ ਐਨਸ ਫਿਰੈ ਜਲੰਤ। ਹੁਣ ਬਸੰਤ ਦਾ ਸੰਬੰਧ ਜਲੰਤ ਨਾਲ ਕੀ ਹੋਇਆ? ਬਸੰਤ ਤੇ ਸੋਹਣੀ ਰੁੱਤ ਹੈ, ਬਸੰਤ ਤੇ ਸੁਖ ਦੇਣ ਵਾਲੀ ਰੁੱਤ ਹੈ, ਪਰ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਬਸੰਤ ਅਸਲ ਉਹ ਹੈ ਜਦ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦਾ ਚੇਤਾ ਵਸ ਜਾਏ। ਵਾਹਿਗੁਰੂ ਹਿਰਦੇ ਵਿੱਚ ਵਸਦਿਆਂ ਹੀ ਬਸੰਤ ਹੈ। ਜਿਸ ਦਿਨ ਇਹ ਬਸੰਤ ਸਿੱਖ ਦੇ ਜੀਵਨ ਵਿੱਚ ਆਇਆ, ਮੁੜ ਕੇ ਇਸ ਬਸੰਤ ਇਸ ਖੇੜੇ ਦਾ ਕਦੀ ਨਾਸ਼ ਨਹੀਂ ਹੋਣਾ। ਪਰ ਜਿਨ ਕੇ ਕੰਤ ਦਿਸਾਪੁਰੀ, ਇਹ ਗੱਲ ਵੀ ਗੁਰੂ ਸਾਹਿਬ ਜੀ ਆਖਦੇ ਨੇ, ਜਿਸ ਹਿਰਦੇ ਵਿੱਚ ਕੰਤ ਨਹੀਂ ਵਸਿਆ ਸੇ ਅਹਨਸ ਫਿਰੈ ਜਲੰਤ, ਉਹ ਰਾਤ ਦਿਨ ਭਾਵੇਂ ਬਾਹਰੋਂ ਬਸੰਤ ਦੀ ਰੁੱਤ ਕਿਉਂ ਨਾ ਚੜ੍ਹ ਜਾਏ, ਉਹਨਾਂ ਦੇ ਜੀਵਨ ਵਿੱਚ ਸੈਂਕੜੇ ਵਾਰੀ ਬਸੰਤ ਰੁੱਤ ਕਿਉਂ ਨਾ ਆਏ, ਪਰ ਉਹ ਬਸੰਤ ਦੀ ਰੁੱਤ ਦੇ ਵਿੱਚ ਵੀ ਅੰਦਰੋਂ ਤੇ ਬਾਹਰੋਂ ਸੜਦੇ ਰਹਿੰਦੇ ਨੇ। ਇਸ ਗੱਲ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਥੋੜ੍ਹਾ ਜਿਹਾ ਹੋਰ ਸਮਝਣ ਦਾ ਯਤਨ ਕਰੀਏ। ਸਤਿਗੁਰੂ ਜੀ ਕਹਿੰਦੇ ਜੇ ਅੰਦਰ ਸੁੱਖ ਹੈ ਨਾ, ਫਿਰ ਬਾਹਰ ਤੇ ਭਾਵੇਂ ਜੇਠ ਹਾੜ ਦਾ, ਬਾਹਰ ਤੇ ਭਾਵੇਂ ਕੱਕਰ ਤੇ ਪੋਹ ਦੀ ਇਹ ਜਿਹੜੀ ਖੁਸ਼ਕ ਰੁੱਤ ਉਹ ਵੀ ਭਾਵੇਂ ਵਰਤ ਜਾਏ। ਜੇ ਅੰਦਰ ਸੁੱਖ ਹੈ ਤੇ ਬਾਹਰ ਦਾ ਜੇਠ ਹਾੜ ਵੀ ਕੁਝ ਵਿਗਾੜ ਨਹੀਂ ਸਕਦਾ। ਪਰ ਯਾਦ ਰੱਖਿਓ, ਜੇ ਅੰਦਰ ਹੀ ਦੁੱਖ ਵਰਤ ਜਾਏ, ਬਾਹਰ ਭਾਵੇਂ ਬਸੰਤ ਹੈ, ਭਾਵੇਂ ਸਾਵਣ ਹੈ, ਬਾਹਰ ਭਾਵੇਂ ਖੇੜੇ ਨੇ, ਬਾਹਰ ਭਾਵੇਂ ਫੱਗਣ ਦਾ ਫਲਗੁਣ ਦਾ ਮਹੀਨਾ ਹੈ, ਪਰ ਯਾਦ ਰੱਖਿਓ ਜੇ ਅੰਦਰ ਦੁੱਖ ਹੈ ਤੇ ਬਾਹਰ ਦੇ ਵਰਤੇ ਹੋਏ ਸੁੱਖ ਅੰਦਰ ਨੂੰ ਸੁੱਖ ਨਹੀਂ ਦੇ ਸਕਦੇ। ਹਾਂ, ਇੱਕ ਗੱਲ ਤੇ ਇਹ ਮੰਨੀ ਜਾ ਸਕਦੀ ਹੈ ਕਿ ਜੇ ਅੰਦਰ ਦੁੱਖ ਹੋਏ ਤੇ ਬਾਹਰ ਦੇ ਸੁੱਖ ਅੰਦਰ ਸੁੱਖ ਨਹੀਂ ਦੇ ਸਕਦੇ, ਪਰ ਜੇ ਅੰਦਰ ਦੁੱਖ ਹੈ, ਬਾਹਰ ਦੇ ਸੁੱਖਾਂ ਨੂੰ ਵੇਖ ਕੇ ਬੰਦਾ ਹੋਰ ਦੁਖੀ ਹੁੰਦਾ ਹੈ। ਫਿਰ ਸਰਵਣ ਕਰਿਓ, ਜੇ ਅੰਦਰ ਦੁੱਖ ਹੈ, ਅੰਦਰ ਵਾਹਿਗੁਰੂ ਨਹੀਂ ਵਸਿਆ, ਬਾਹਰ ਦੇ ਸੁੱਖਾਂ ਨੂੰ ਵੇਖ ਕੇ ਕਈ ਵਾਰੀ ਮਨੁੱਖ ਹੋਰ ਦੁਖੀ ਹੋ ਜਾਂਦਾ ਹੈ। ਇਸ ਗੱਲ ਨੂੰ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਅਸੀਂ ਵਿਚਾਰਨ ਦਾ ਯਤਨ ਕਰੀਏ ਕਿ ਇਹ ਇਕੱਲੀ ਬਾਹਰ ਦੀ ਰੁੱਤ ਨਹੀਂ, ਇਹ ਅੰਦਰ ਦੀ ਰੁੱਤ ਹੈ। ਇਸ ਕਰਕੇ ਸਤਿਗੁਰੂ ਜੀ ਨੇ ਇਸ 12 ਮਹੀਨਿਆਂ ਦੇ ਵਿੱਚ ਮਨ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ। ਸਾਡੇ ਬੱਚਿਆਂ ਨੂੰ ਜਨਵਰੀ, ਫੈਬਰਵਰੀ, ਮਾਰਚ, ਅਪ੍ਰੈਲ ਇਹ ਸਾਰੇ ਮਹੀਨੇ ਯਾਦ ਨੇ, ਪਰ ਗੁਰੂ ਕੋਲ ਆਉਣ ਵਾਲਿਆਂ ਨੂੰ ਚੇਤ, ਵਿਸਾਖ, ਜੇਠ, ਹਾੜ, ਸਾਵਨ, ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਤੇ ਫੱਗਣ ਦੇ ਮਹੀਨੇ ਇਹ ਭੁੱਲ ਚੁੱਕੇ ਨੇ। ਸਾਨੂੰ, ਸਾਡੇ ਬੱਚਿਆਂ ਨੂੰ ਇਹਨਾਂ ਦੇਸੀ ਮਹੀਨਿਆਂ ਦੇ ਨਾਮ ਨਹੀਂ ਯਾਦ, ਪਰ ਸਤਿਗੁਰੂ ਜੀ ਨੇ ਇਹਨਾਂ ਮਹੀਨਿਆਂ ਦੀ ਅੰਦਰ ਦੀ ਪ੍ਰੀਤ ਦੇ ਨਾਲ ਸਿੱਧੀ ਇੱਕ ਸਾਂਝ ਦੱਸੀ ਹੈ ਕਿ ਜੇ ਤੇਰੇ ਮਹੀਨੇ ਦੇ ਬਾਹਰ ਦੇ ਮਹੀਨੇ ਚੇਤ ਵਾਲੇ ਆਏ, ਕਿਉਂਕਿ ਇਹ ਮਹੀਨਾ ਚੇਤਰ ਵੀ ਆਖਿਆ ਜਾਂਦਾ ਹੈ, ਪਰ ਸਤਿਗੁਰੂ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਬਲਿਹਾਰ ਜਾਈਏ, ਜਦ ਸਾਲ ਦੀ ਆਰੰਭਤਾ ਦੀ ਗੱਲ ਆਈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਗੁਰੂ ਅਰਜੁਨ ਸਾਹਿਬ ਜੀ ਨੇ ਸਾਲ ਦੀ ਆਰੰਭਤਾ ਦਾ ਜਿਹੜਾ ਮਹੀਨਾ ਰੱਖਿਆ ਉਹ ਚੇਤ ਹੀ ਰੱਖਿਆ। ਸਮਝਣ ਦਾ ਯਤਨ ਕਰੀਏ ਕਿਉਂ? ਜੇ ਕੋਈ ਕਾਰਜ ਕਰਨ ਲੱਗੀਏ, ਜੇ ਉਹ ਕਾਰਜ ਸਾਡੇ ਚੇਤੇ ਵਿੱਚ ਹੈ ਤੇ ਉਹ ਕਾਰਜ ਨਿਬੜੇਗਾ, ਸਿਰੇ ਚੜ੍ਹੇਗਾ। ਕੋਈ ਵੀ ਕਾਰਜ ਸਿਰੇ ਚੜ੍ਹਨ ਤੋਂ ਪਹਿਲਾਂ ਸਾਡੇ ਚੇਤੇ ਵਿੱਚ ਆਉਂਦਾ। ਜੇ ਸਾਡੇ ਚੇਤੇ ਵਿੱਚ ਕਾਰਜ ਹੀ ਨਹੀਂ, ਫਿਰ ਉਹ ਕਾਰਜ ਕਰਨ ਵਾਸਤੇ ਅਸੀਂ ਤਤਪਰ ਨਹੀਂ ਹੈਗੇ ਹਾਂ। ਅਸੀਂ
ਆਪਣੇ ਫਰਜ਼ ਨਹੀਂ ਨਿਭਾ ਸਕਦੇ। ਪਰ ਜੇ ਮਨ ਦੇ ਅੰਦਰ ਚੇਤਾ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਨੂੰ ਵੀ ਯਾਦ ਰੱਖਣਾ ਹੈ, ਫਿਰ ਪਾਰ ਬ੍ਰਹਮ ਪਰਮੇਸ਼ਵਰ ਦੀ ਬਖਸ਼ਿਸ਼ ਵੀ ਵਰਤੇਗੀ। ਚੇਤ ਦਾ ਮਤਲਬ ਚੇਤਾ ਕੀਤਾ ਹੈ ਭਾਈ ਕਾਨ ਸਿੰਘ ਨਾਭਾ ਜੀ ਨੇ, ਸਿਮਰਨ ਕੀਤਾ ਹੈ, ਤੇ ਤੀਸਰਾ ਚੇਤਨ ਅਵਸਥਾ ਕੀਤਾ ਹੈ। ਉਹ ਅਵਸਥਾ ਜਿਹੜੀ ਅਵਸਥਾ ਚੇਤਨ ਹੈ। ਤੇ ਬਾਣੀ ਦੇ ਵਿੱਚ ਚੇਤ ਲਫ਼ਜ਼ ਚੇਤੇ ਵਾਸਤੇ ਵੀ ਆਇਆ, ਚੇਤਾ ਈਤਾ ਚੇਤ ਸਾਹਿਬ ਸੱਚਾ ਸੋ ਧਣੀ, ਜਿਹੜਾ ਸਭ ਤੋਂ ਸੱਚਾ ਸਭ ਤੋਂ ਵੱਡਾ ਹੈ ਉਹਦਾ ਚੇਤਾ ਕਰ ਜੇ ਤੇਰੇ ਮਨ ਵਿੱਚ ਚੇਤਾ ਆਇਆ ਹੈ ਤਾਂ। ਚੇਤ ਆਈ ਤਾਂ ਚੇਤ। ਤੇ ਇਹ ਨਹੀਂ, ਜਦ ਪਹਿਲਾ ਸ਼ਬਦ ਵੀ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਤੇ ਇਹ ਆਖ ਦਿੱਤਾ, ਮਤ ਦੇਖ ਭੂਲਾਂ ਵੀਸਰੈ ਤੇਰਾ ਚਿੱਤ ਨਾ ਆਵੈ ਨਾਉ। ਕਿੱਥੇ ਤੇਰੇ ਚੇਤੇ ਵਿੱਚੋਂ ਨਾਮ ਨਾ ਵਿਸਰ ਜਾਏ। ਤੇ ਮਹਾਰਾਜ ਜੀ ਬਾਣੀ ਵਿੱਚ ਬਾਰ-ਬਾਰ ਇਹ ਚੇਤਾ ਕਰਾਉਂਦੇ ਹੈ ਕਿ ਬੰਦਿਆ ਤੂੰ ਉਸ ਪ੍ਰਭੂ ਨੂੰ ਚੇਤੇ ਰੱਖ। ਦੇਖ ਔਦ ਘਟੈ ਦਿਨਸ ਰਹਿਣਾਰੇ, ਮਨ ਗੁਰਮਿਲ ਕਾਜ ਸਵਾਰੇ। ਗੁਰੂ ਨੂੰ ਚੇਤੇ ਕਰਕੇ ਤੂੰ ਜੀਵਨ ਦਾ ਕਾਜ ਸਵਾਰ ਲੈ। ਇਸ ਕਰਕੇ ਚੇਤ ਦਾ ਮਹੀਨਾ ਕੱਲਾ ਵਾਰ ਦਾ ਮਹੀਨਾ ਨਹੀਂ ਚੜ੍ਹਿਆ। ਗੁਰੂ ਅਰਜੁਨ ਸਾਹਿਬ ਜੀ ਸਾਨੂੰ ਚੇਤੇ ਕਰਾ ਰਹੇ ਕਿ ਇਸ ਚੇਤ ਦੇ ਮਹੀਨੇ ਜੇ ਪ੍ਰਭੂ ਨੂੰ ਚੇਤੇ ਕਰ ਲੇਗਾ ਫਿਰ ਯਾਦ ਰੱਖੀ ਤੇਰੇ ਮਨ ਦੇ ਅੰਦਰ ਸਦਾ ਹੀ ਬਸੰਤ ਰਹੇਗਾ। ਗੁਰੂ ਪਾਤਸ਼ਾਹ ਜੀ ਦਾ ਇੱਕ ਬਚਨ ਅਸੀਂ ਵਿਚਾਰੀਏ, ਊਨਵ ਊਨਵ ਆਇਆ ਵਰਸੈ ਲਾਏ ਝੜੀ, ਕਿ ਬੱਦਲ ਥੱਲੇ ਆ ਗਏ ਨੇ, ਘਣੇ ਬੱਦਲ ਆ ਗਏ ਨੇ ਤੇ ਮੀਂਹ ਦੀਆਂ ਝੜੀਆਂ ਲੱਗ ਰਹੀਆਂ ਨੇ। ਪਰ ਮਹਾਰਾਜ ਕਹਿੰਦੇ ਸੁੱਖ ਤੇ ਉਹਨਾਂ ਨੂੰ ਹੈ ਇਹਨਾਂ ਬਦਲਾਂ ਤੇ ਇਹਨਾਂ ਮੀਂਹ ਦਾ ਜਿਹਦੇ ਅੰਦਰ ਵਾਹਿਗੁਰੂ ਜੀ ਦਾ ਭਾਣਾ ਤੇ ਵਾਹਿਗੁਰੂ ਜੀ ਦਾ ਯਾਦ ਹੈ, ਚੇਤਾ ਹੈ। ਊਨਵ ਊਨਵ ਆਇਆ ਵਰਸੈ ਲਾਏ ਝੜੀ, ਨਾਨਕ ਭਾਣੈ ਚੱਲੈ ਕੰਤ ਕੈ ਸੋ ਮਾਣੈ ਸਦਾ ਰਲੀ। ਇਹਦਾ ਮਤਲਬ ਕਿ ਇਹ ਜਿਹੜੇ ਮਹੀਨੇ 12 ਮਹੀਨੇ ਸਤਿਗੁਰੂ ਜੀ ਜਿਨ੍ਹਾਂ ਰੁੱਤਾਂ ਦਾ ਜ਼ਿਕਰ ਕਰ ਰਿਹਾ, ਇਹਨਾਂ ਰੁੱਤਾਂ ਦਾ ਸੰਬੰਧ ਅੰਦਰ ਨਾਲ ਹੈ। ਊਨਵ ਊਨਵ ਆਇਆ ਵਰਸੈ ਲਾਏ ਝੜੀ, ਨਾਨਕ ਭਾਣੈ ਚੱਲੈ ਕੰਤ ਕੈ ਸੋ ਮਾਣੈ ਸਦਾ ਰਲੀ। ਜੇ ਰੱਬ ਦੇ ਭਾਣੇ 'ਚ ਚਲੇਂਗੀ ਤੇ ਤੈਨੂੰ ਸੁੱਖ ਹੈ, ਪਰ ਯਾਦ ਰੱਖੀ ਜੇ ਇਹੀ ਮੌਸਮ ਹੋਏ ਅੰਦਰ ਰੱਬ ਦਾ ਭਾਣਾ ਮੰਨਣ ਦੀ ਕੋਈ ਵੀ ਤਾਕੀਦ ਨਾ ਹੋਏ, ਬਾਹਰ ਜਿੰਨਾ ਮਰਜ਼ੀ ਸੁੱਖ ਵਰਤੇ ਤੇਰੇ ਅੰਦਰ ਸਾੜਾ ਹੀ ਸਾੜਾ ਹੈ। ਮਹਾਰਾਜ ਜੀ ਦਾ ਇਹ ਬਚਨ ਊਨਵ ਊਨਵ ਆਇਆ ਵਰਸੈ ਨੀਰ ਨਿਪੰਗ। ਸਤਿਗੁਰੂ ਜੀ ਸੱਚੇ ਪਾਤਸ਼ਾਹ ਕਹਿੰਦੇ ਕੱਲਾ ਬਾਹਰ ਦਾ ਮੌਸਮ ਤੇਰੇ ਤੇ ਪ੍ਰਭਾਵ ਨਹੀਂ ਪਾਏਗਾ। ਜੇ ਅੰਦਰ ਦੁੱਖ ਹੈ ਤੇ ਬਾਹਰ ਦੇ ਮੌਸਮ ਆ ਕੇ ਚਲੇ ਜਾਣਗੇ, ਤੂੰ ਸੜਦੀ ਰਹੇਂਗੀ। ਊਨਵ ਊਨਵ ਆਇਆ ਮਹਾਰਾਜ ਜੀ ਕਹਿੰਦੇ ਵਰਸੈ ਨੀਰ ਨਿਪੰਗ, ਨਾਨਕ ਦੁੱਖ ਲਾਗਾ ਤਿਨ ਕਾਮਣੀ। ਉਹਨਾਂ ਨੂੰ ਹੀ ਦੁੱਖ ਲੱਗਦਾ, ਨਾਨਕ ਦੁੱਖ ਲਾਗਾ ਤਿਨ ਕਾਮਣੀ, ਜਿਨ ਕੰਤੈ ਸਿਉ ਮਨ ਭੰਗ। ਜਿਸ ਦੇ ਮਨ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦਾ ਚੇਤਾ ਨਹੀਂ, ਬਾਹਰ ਦੇ ਮੌਸਮ ਉਹਨੂੰ ਸੁੱਖ ਨਹੀਂ ਦੇ ਸਕਦੇ। ਪਰ ਜਿਹਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਦਾ ਚੇਤਾ ਹੈ ਤੇ ਫਿਰ ਚੇਤ ਦੇ ਮਹੀਨੇ 'ਚ ਵੀ ਚੇਤ ਗੋਬਿੰਦ ਆਰਾਧੀ ਹੈ, ਹੋਵੇ ਆਨੰਦ ਘਣਾ, ਉਹਦੇ ਅੰਦਰ ਆਨੰਦ ਰਹੇਗਾ, ਸਦਾ ਹੀ ਸੁਖ ਰਹੇਗਾ। ਮਹਾਰਾਜ ਜੀ ਕਹਿੰਦੇ ਫਿਰ ਭਾਵੇਂ ਵਿਸਾਖ ਦਾ ਮਹੀਨਾ ਆ ਜਾਏ, ਵਿਸਾਖ ਧੀਰਨ ਕਿਉ ਵਾਢੀਆ, ਜਿਨਾ ਪ੍ਰੇਮ ਵਿਛੋ ਹਰ ਸਾਜਣ ਪੁਰਖ ਵਿਸਾਰ ਕੇ ਲੱਗੀ ਮਾਇਆ ਧੋ। ਵਿਸਾਖ ਦੇ ਮਹੀਨੇ ਜੇ ਵਾਢੀਆਂ ਹੁੰਦੀਆਂ ਨੇ, ਵੱਢਿਆ ਜਾਂਦਾ, ਬਾਹਰੋਂ ਕੱਲੀ ਵਾਢੀ ਨਹੀਂ। ਜੇ ਤੇਰਾ ਮਨ ਵੀ ਪਾਰ ਬ੍ਰਹਮ ਪਰਮੇਸ਼ਵਰ ਦੇ ਸਿਮਰਨ ਤੋਂ ਅਲੱਗ ਹੋ ਗਿਆ ਨਾ, ਤੂੰ ਸੁੱਖ ਨਹੀਂ ਪ੍ਰਾਪਤ ਕਰ ਸਕਦੀ। ਫਿਰ ਹਰ ਜੇਠ ਜੁਲੰਦਾ ਲੋੜੀਐ, ਜਿਸ ਆਗੈ ਸਭ ਨਿਵਨ। ਹੁਣ ਜੇਠ ਲਫ਼ਜ਼ ਵਰਤਿਆ ਜਾਂਦਾ ਪਤੀ ਦੇ ਵੱਡੇ ਭਰਾ ਲਈ, ਅਸੀਂ ਆਪਣੇ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਵਰਤਦੇ ਹਾਂ। ਪਰ ਸਤਿਗੁਰੂ ਜੀ ਨੇ ਸਭ ਤੋਂ ਵੱਡਾ ਆਖਿਆ ਜੇਠ ਉਹੀ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਵੱਡਾ ਸਾਹਿਬ ਉੱਚਾ ਥਾਉ, ਊਚੇ ਉੱਪਰ ਉੱਚਾ ਨਾਉ। ਏਵਡ ਉੱਚਾ ਹੋਵੈ ਕੋਏ, ਤਿਸ ਊਚੇ ਕੋ ਜਾਣੈ ਸੋਏ। ਹਰ ਜੇਠ ਜੁੜੰਦਾ ਲੋੜੀਆ, ਜਿਸ ਆਗੈ ਸਭ ਨਿਵਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬਨ। ਯਾਦ ਰੱਖੀ ਜੇ ਵਾਹਿਗੁਰੂ ਵੱਡੇ ਨੂੰ ਚੇਤੇ ਕਰ ਲਿਆ ਤੇ ਜੰਮ ਵੀ ਉਹਦੇ ਹੁਕਮ ਵਿੱਚ ਹੈ, ਜੰਮ ਵੀ ਤੈਨੂੰ ਆ ਕੇ ਬੰਨ ਨਹੀਂ ਸਕਦੇ। ਇਹੀ ਫਿਰ ਮਹਾਰਾਜ ਜੀ ਕਹਿੰਦੇ ਅਸਾੜ ਤਪੰਦਾ ਤਿਸ ਲੱਗੈ, ਹਰ ਨਾ ਨਾ ਜਿਨਾ ਪਾਸ। ਚੇਤ ਤੋਂ ਬਾਅਦ ਵਿਸਾਖ, ਚੇਤ ਵਿਸਾਖ ਜੇਠ ਹਾੜ ਅਸਾੜ ਦਾ ਮਹੀਨਾ ਸਾੜਾ ਹੋਏਗਾ। ਫਿਰ ਮਹਾਰਾਜ ਜੀ ਕਹਿੰਦੇ ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ।
ਸਾਵਣ ਦਾ ਮਹੀਨਾ ਵੀ ਤੈਨੂੰ ਉਪਦੇਸ਼ ਦਿੰਦਾ ਕਿ ਪ੍ਰਭੂ ਦੇ ਚਰਨ ਕਮਲਾਂ ਨਾਲ ਪਿਆਰ ਕਰ। ਸਤਿਗੁਰੂ ਜੀ ਕਹਿੰਦੇ ਫਿਰ ਭਾਦੋ ਦਾ ਤਰਾਟਕੇ ਵਾਲਾ ਮਹੀਨਾ ਯਾਦ ਰੱਖੀ, ਭਾ ਦੋਏ ਭਰਮ ਭੁਲਾਣੀਆਂ। ਜੇ ਰੱਬ ਤੋਂ ਇੱਕ ਤੋਂ ਛੁੱਟ ਕੇ ਦੂਜੇ ਦੇ ਵੱਸ ਪੈ ਗਈਆਂ, ਮਾਇਆ ਦੇ ਵੱਸ ਪੈ ਗਈਆਂ, ਤੇ ਫਿਰ ਤੇ ਸਦਾ ਹੀ ਭਰਮਾਂ ਵਿੱਚ ਰਹੇਂਗੀ। ਜੀਵ ਇਸਤਰੀਏ, ਭਾ ਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀਂ ਕੇਤ। ਫਿਰ ਕੋਈ ਤੇਰੇ ਬਾਹਰ ਦੇ ਕੀਤੇ ਸ਼ਿੰਗਾਰ ਰੱਬ ਦੇ ਦਰ ਤੇ ਕਬੂਲ ਨਹੀਂ ਅੱਗੇ। ਬਾਹਰ ਜਿੰਨਾ ਮਰਜੀ ਤੂੰ ਫਲੀਆਂ ਹੈ ਫੁਲੀਆਂ ਹੈ ਬਪੜੇ, ਪੀਤਨ ਵਿੱਚ ਸੁਆ, ਜੇ ਅੰਦਰੋਂ ਰੱਬ ਨਹੀਂ ਆਇਆ ਫਿਰ ਭਾ ਦੋਏ। ਬਾਹਰ ਦਾ ਮੌਸਮ ਤੇ ਸਾੜ ਹੀ ਰਿਹਾ, ਤੇਰਾ ਅੰਦਰ ਵੀ ਰੱਬ ਦੀ ਯਾਦ ਤੋਂ ਬਿਨਾਂ ਸੜ ਜਾਏਗਾ। ਫਿਰ ਮਹਾਰਾਜ ਜੀ ਕਹਿੰਦੇ ਅੱਸੂ ਦਾ ਮਹੀਨਾ, ਅੱਸੂਨ ਪ੍ਰੇਮ ਉਮਾਹੜਾ, ਇਹ 12 ਮਹੀਨੇ ਇਸ ਲਈ ਚੇਤੇ ਕਰ ਰਹੇ ਹਾਂ ਕਿਉਂਕਿ ਅੱਜ ਨਵੇਂ ਸਾਲ ਦੀ ਆਰੰਭਤਾ ਹੈ। ਨਾਨਕਸ਼ਾਹੀ 555 ਦੀ ਆਮਦ ਹੈ। ਅੱਸੂਨ ਪ੍ਰੇਮ ਉਮਾਹੜਾ, ਮਹਾਰਾਜ ਜੀ ਕਹਿੰਦੇ ਅੱਸੂ ਦਾ ਮਹੀਨਾ ਪ੍ਰੇਮ ਦਾ ਉਮਾਹ ਲੈ ਕੇ ਆਉਂਦਾ। ਸਾਜਣ ਦੇ ਪ੍ਰੇਮ ਦੀ ਬਾਤਾਂ, ਉਹਦੇ ਸੁਨੇਹੇ ਦੀਆਂ ਸਦ ਸੰਗਤ ਵਿੱਚ ਬੈਠ ਕੇ ਉਹਦੀਆਂ ਯਾਦਾਂ, ਉਹਦੇ ਚੇਤੇ ਵੱਲ ਤੈਨੂੰ ਸਦਾ ਹੀ ਤਤਪਰ ਕਰਾਉਂਦਾ। ਸਤਿਗੁਰੂ ਜੀ ਫਿਰ ਚੇਤ ਵਿਸਾਖ ਜੇਠ ਹਾੜ ਸਾਵਨ ਭਾਦੋਂ ਅੱਸੂ ਕੱਤਕ, ਫਿਰ ਮਹਾਰਾਜ ਕਹਿੰਦੇ ਕੱਤਕ ਕਰਮ ਕਮਾਵਣੇ। ਮਹਾਰਾਜ ਕਹਿੰਦੇ ਕਿਹੜੇ ਕਰਮ ਕਮਾਵਣੇ? ਦੋਸ਼ ਨਾ ਕਾਹੂ ਜੋਗ, ਜਿਹੜੇ ਤੂੰ ਕਰਮ ਕਰ ਰਿਹਾ ਨਾ, ਇਹਨਾਂ ਕਰਮਾਂ ਦਾ ਦੋਸ਼ ਕਿਤੇ ਦੇ ਕਿਸੇ ਦੇ ਸਿਰ ਤੇ ਨਾ ਮੜੀ। ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਯਾਦ ਰੱਖੀ ਕੱਤਕ ਦਾ ਮਹੀਨਾ ਤੈਨੂੰ ਇਹ ਚੇਤੇ ਕਰਾ ਰਿਹਾ ਕਿ ਜਿਹੋ ਜਿਹਾ ਤੂੰ ਬੀਜ ਪਾਏਗਾ ਇਸ ਧਰਤੀ ਵਿੱਚ, ਉਹੋ ਜਿਹਾ ਤੈਨੂੰ ਫਲ ਪ੍ਰਾਪਤ ਹੋਏਗਾ। ਫਿਰ ਮਹਾਰਾਜ ਜੀ ਅਗਲੇ ਮਹੀਨੇ ਵੱਲ ਇਸ਼ਾਰਾ ਕਰਕੇ ਕਹਿੰਦੇ ਕਿ ਦੁਨੀਆ ਦੇ ਲੋਕੋ, ਜੇ ਅੱਸੂ ਦਾ ਮਹੀਨਾ, ਜੇ ਸਾਵਣ ਦਾ, ਜੇ ਇਹ ਸਾਰੇ ਮਹੀਨੇ, ਜੇਠ, ਇਹ ਸਾਰੇ ਵਿਸਾਖ ਦਾ, ਚੇਤ ਵਿਸਾਖ ਜੇਠ ਹਾੜ ਸਾਵਨ ਭਾਦੋਂ ਅੱਸੂ ਕੱਤਕ, ਫਿਰ ਮਹਾਰਾਜ ਜੀ ਕਹਿੰਦੇ ਮੱਘਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ, ਤਿਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ। ਫਿਰ ਜੇ ਚੇਤੇ ਰੱਖੇਂਗੀ ਫਿਰ ਪੋਹ ਦਾ ਜਿਹੜਾ ਕੱਕਰ ਤੈਨੂੰ ਨਹੀਂ ਲੱਗੇਗਾ। ਪੋਖ ਤੁਖਾਰ ਨਾ ਵਿਆਪਈ, ਕਹਿੰਦੇ ਤੈਨੂੰ ਵਿਆਪੇਗਾ ਨਹੀਂ। ਕਿਉਂ? ਹਰ ਰੱਬ ਪ੍ਰਭੂ ਤੇਰੇ ਕੰਠ ਦੇ ਨਾਲ ਲੱਗ ਜਾਏਗਾ। ਤੇ ਜਿਹਦੇ ਕੰਠ ਦੇ ਨਾਲ ਰੱਬ ਹੈ ਉਹਨੂੰ ਪਤਾ ਹੈ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ, ਇਸ਼ਨਾਨ ਹਰ ਕਾ ਨਾਮ ਧਿਆਏ, ਸੁਣ ਸਭਨਾ ਨੂੰ ਕਰ ਦਾਨ। ਜਿਹੜਾ 11 ਮਹੀਨੇ ਦੇ ਵਿੱਚ ਇਸ ਤਰ੍ਹਾਂ ਦੀ ਜੀਵਨ ਰੋਹ ਰੀਤ ਰੱਖੇਗਾ, ਫਿਰ ਫੱਗਣ ਦਾ ਮਹੀਨਾ ਉਹਨਾਂ ਲਈ ਫਲਗੁਣ ਆਨੰਦ ਉਪਾਰਜਣਾ, ਹਰ ਸੱਜਣ ਪ੍ਰਗਟੇ ਆਏ। ਅੰਦਰ ਪਾਰ ਬ੍ਰਹਮ ਪਰਮੇਸ਼ਵਰ ਨਾਮ ਦੇ ਨਿਧਾਨ ਦੇ ਫਲ ਲੱਗਣਗੇ, ਗੁਣ ਪ੍ਰਗਟ ਹੋਣਗੇ। ਆਓ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਇਸ ਨਵੇਂ ਸਾਲ ਦੀ ਆਮਦ, ਚੇਤ ਦੇ ਮਹੀਨੇ ਦੀ ਆਮਦ 14 ਪਦੇ ਨੇ। ਪਹਿਲਾ ਪਦਾ ਜਿਹੜਾ ਆਪ ਜੀ ਨੂੰ ਤੇ ਨਾਲ ਚੇਤ ਦਾ ਮਹੀਨਾ ਭਾਈ ਸਾਹਿਬ ਜੀ ਨੇ ਸਰਵਣ ਕਰਵਾਇਆ, ਉਹਦੀ ਵਿਚਾਰ ਵੱਲ ਤੁਰੀਏ। ਬਖਸ਼ੋ ਅਸੀਂ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। 12 ਮਾਝ ਮਹੱਲਾ ਪੰਜਵਾਂ, ਘਰ ਚੌਥਾ। ਚੌਥੇ ਘਰ ਵਿੱਚ ਗਾਉਣ ਦੀ ਤੇ ਤਾਲ ਦੀ ਹਿਦਾਇਤ ਹੈ। ਮਹੱਲਾ ਪੰਜਵਾਂ ਦਾ ਭਾਵ ਹੈ ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ। ਮਾਝ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਦੇ ਵਿੱਚੋਂ ਇੱਕ ਰਾਗ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਸਿਰਲੇਖ ਹੈ, ਇਹ ਮੰਗਲਾਚਰਨ ਹੈ। ਆਪ ਜੀ ਨੂੰ ਦੱਸ ਦਿੱਤਾ ਹੈ ਕਿ ਸੂਰਜ 12 ਮਹੀਨੇ ਤੇ 12 ਮਹੀਨੇ ਦੇ ਵਿੱਚੋਂ 6 ਰੁੱਤਾਂ, ਤੇ ਹਰ 2 ਮਹੀਨਿਆਂ ਦੀਆਂ ਰੁੱਤਾਂ, ਜਿਸ ਤਰ੍ਹਾਂ ਚੇਤ ਤੇ ਵਿਸਾਖ ਨੂੰ ਬਸੰਤ ਆਖਿਆ ਬਾਣੀ ਦੇ ਵਿੱਚ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਨੂੰ ਚੇਤ ਭਲਾ ਆਖਦੇ ਨੇ। ਕਹਿੰਦੇ ਚੇਤ ਬਸੰਤ ਭਲਾ, ਭਵਰ ਸੁਹਾਵੜੇ, ਤੁਖਾਰੀ ਮਹੱਲਾ ਪਹਿਲਾ 12ਵਾਂ। ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਚੇਤ ਤੇ ਵਿਸਾਖ ਨੂੰ ਬਸੰਤ ਆਖਿਆ। ਇਹ ਬਸੰਤ ਰੁੱਤ ਹੈ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਕੀਤਾ। ਗੁਰੂ ਅਰਜੁਨ ਸਾਹਿਬ ਜੀ ਬਖਸ਼ਿਸ਼ ਕਰਦੇ ਕਿ ਆਓ ਦੁਨੀਆ ਦੇ ਲੋਕੋ, ਤੁਹਾਨੂੰ ਮੈਂ ਇੱਕ ਗੱਲ, ਪਤੇ ਦੀ ਗੱਲ ਦੱਸਾਂ ਕਿ ਤੁਸੀਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਰੱਬ ਤੋਂ ਟੁੱਟ ਚੁੱਕੇ ਹੋ।
ਅਸੀਂ ਆਪਣੇ ਕਰਮਾਂ ਕਰਕੇ ਰੱਬ ਤੋਂ ਦੂਰ ਹਾਂ, ਪਰ ਯਾਦ ਰੱਖਿਓ ਕਰਮਾਂ ਕਰਕੇ ਦੂਰ ਤੇ ਹੋ ਗਏ ਹਾਂ, ਪਰ ਕਰਮਾਂ ਕਰਕੇ ਅਸੀਂ ਮਿਲ ਨਹੀਂ ਸਕਦੇ। ਆਪਣੇ ਕਿਰਤ ਕਰਮਾਂ ਕਰਕੇ ਨਹੀਂ ਮਿਲ ਸਕਦੇ। ਮਿਲਾਂਗੇ ਕਿਸ ਤਰ੍ਹਾਂ? ਮਿਲਾਂਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ। ਸਤਿਗੁਰੂ ਜੀ ਦਾ ਉਪਦੇਸ਼ ਹੈ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲੋ ਰਾਮ। ਇੱਥੇ ਕਿਰਤ ਕਰਮ ਦਾ ਭਾਵ ਹੈ ਆਪਣੇ ਕੀਤੇ ਹੋਏ ਕਰਮ। ਕਿਰਤ ਭਾਵ ਆਪਣੇ ਕੰਮਾਂ ਰਾਹੀਂ। ਕਿਹੜੇ ਕੰਮ? ਹਉਮੈ ਵਸ ਹੋ ਕੇ, ਕਾਮ ਕ੍ਰੋਧ ਵਸ ਹੋ ਕੇ, ਲੋਭ ਲਾਲਚ ਵਸ ਹੋ ਕੇ, ਕਿ ਸਾਡੇ ਚੇਤੇ ਵਿੱਚ ਰੱਬ ਨਹੀਂ ਹੈ। ਕੰਚਨ ਨਾਰੀ ਮੈਂ ਜੀਉ ਲੁਬਤ ਹੈ, ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ। ਹਰ ਪ੍ਰਭ ਚਿਤ ਨ ਆਇਓ, ਕਿਉਂ ਛੂਟਾਂ ਮੇਰੇ ਹਰ ਰਾਇਆ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਇਹ ਕਰਮਾਂ ਕਰਕੇ ਅਸੀਂ ਟੁੱਟੇ ਪਏ ਹਾਂ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ। ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ। ਹੁਣ ਕਰਮਾਂ ਦੇ ਨਾਲ ਤੈਨੂੰ ਨਹੀਂ ਮਿਲਿਆ ਜਾ ਸਕਦਾ, ਆਪਣੀ ਕਿਰਤ ਨਾਲ ਨਹੀਂ ਮਿਲਿਆ ਜਾ ਸਕਦਾ। ਮਿਲਿਆ ਜਾ ਸਕਦਾ ਕਿਰਪਾ ਦੇ ਨਾਲ। ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਮਹਾਰਾਜ ਜੀ ਕਹਿੰਦੇ ਕਿਰਤ ਕਰਮ ਦੇ ਵਿਛੜੇ ਹੋਇਆ, ਪਰ ਕਿਰਤ ਕਰਮ ਕਰਕੇ ਮਿਲਣਾ ਨਹੀਂ। ਮਿਲਣਾ ਕਿਸ ਤਰ੍ਹਾਂ ਹੈ? ਕਰ ਕਿਰਪਾ ਮਿਲੋ ਰਾਮ। ਵਾਹਿਗੁਰੂ ਜੀ ਕਿਰਪਾ ਕਰਕੇ ਮਿਲਾ ਲਓ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਤੁਹਾਡੀ ਬਖਸ਼ਿਸ਼ ਵੱਡੀ ਹੈ। ਤਉ ਮੈਂ ਆਇਆ, ਸ਼ਰਣੀ ਆਇਆ, ਭਰੋਸਾ ਆਇਆ, ਕਿਰਪਾ ਆਇਆ। ਤੁਹਾਡੀ ਸ਼ਰਨ ਵਿੱਚ ਆਇਆ। ਚਾਰ ਕੁੰਟ ਦਹ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸ਼ਾਮ। ਚਾਰ ਕੁੰਟ ਅਸੀਂ ਚਾਰੇ ਦਿਸ਼ਾਵਾਂ ਜਿਹੜੀਆਂ ਆਖਦੇ ਹਾਂ, ਦਹ ਦਿਸ, ਕਿਉਂਕਿ 10 ਦਿਸ਼ਾਵਾਂ, ਚਾਰ ਕੁੰਟ ਇਸ ਧਰਤੀ ਦੇ ਮੰਨੇ ਗਏ ਨੇ, ਤੇ 10 ਦਿਸ਼ਾਵਾਂ ਈਸਟ ਵੈਸਟ ਨੌਰਥ ਸਾਊਥ ਇਹ 4, ਤੇ ਵੈਸਟ ਈਸਟ ਨੌਰਥ ਸਾਊਥ ਇਹ 4 + 4 + 4 8, ਤੇ ਅਸਮਾਨ ਤੇ ਧਰਤੀ ਇਹ ਕੁੱਲ 10 ਬਣਦੀਆਂ ਨੇ। ਇਹ 10 ਦਿਸ਼ਾਵਾਂ ਦੇ ਵਿੱਚ ਅਸੀਂ ਭਟਕਦੇ ਫਿਰਦੇ ਹਾਂ। ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਏ। ਜਦ ਮਨ ਬੇਚੈਨ ਹੁੰਦਾ ਨਾ, ਟਿਕਦਾ ਨਹੀਂ, 10 ਦਿਸ਼ਾਵਾਂ ਵਿੱਚ ਭੱਜੀ ਫਿਰਦਾ, ਕਦੀ ਕਿੱਥੇ ਕਦੀ ਕਿੱਥੇ। ਪਰ ਇਹਨੂੰ ਇਹ ਪਤਾ ਹੈ ਆਪਣੇ ਮਨ ਦੇ ਘੋੜੇ ਦੌੜਾਇਆ ਕੁਝ ਨਹੀਂ ਬਣਨਾ। ਹੋਣਾ ਉਹ ਹੈ ਜੋ ਰੱਬ ਦੀ ਰਜ਼ਾ ਦੇ ਵਿੱਚ ਹੈ। ਬੰਦਾ ਕਈ ਵਾਰੀ ਕੁਝ ਸੋਚੀ ਬੈਠਦਾ ਘੋੜੇ ਦੌੜਾ ਦੌੜਾ ਕੇ ਮਨ ਦੇ, ਪਰ ਹੁੰਦਾ ਉਹ ਹੈ ਜੋ ਰੱਬ ਨੂੰ ਭਾਉਂਦਾ। ਕਬੀਰ ਜੋ ਮੈਂ ਚਿਤਵੋ ਨਾ ਕਰੈ, ਕਿਆ ਮੇਰਾ ਚਿਤਵੈ ਹੋਏ। ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿਤ ਨਾ ਹੋਏ। ਬੰਦਾ ਜੋ ਮਰਜ਼ੀ ਚੇਤੇ ਵਿੱਚ ਰੱਖੇ, ਹੋਣਾ ਉਹ ਹੈ ਜੋ ਰੱਬ ਨੂੰ ਭਾਉਣਾ ਹੈ। ਇਸ ਕਰਕੇ ਜੋ ਰੱਬ ਨੂੰ ਭਾਉਣਾ ਹੈ ਉਹ ਹੋਣਾ ਹੈ। ਇਸ ਕਰਕੇ ਸਾਰੀ ਚਿੰਤਾਵਾਂ ਨੂੰ ਛੱਡ ਕੇ ਰੱਬ ਦਾ ਚਿੰਤਨ ਸ਼ੁਰੂ ਕਰ। ਇਹ ਹੈ ਚੇਤ ਦੇ ਮਹੀਨੇ ਦੀ ਆਰੰਭਤਾ। ਉਹਨੂੰ ਚੇਤੇ ਰੱਖ, ਕਿਉਂਕਿ ਮਤਾ ਕਰੈ ਪਛਮ ਕੈ ਤਾਈ, ਪੂਰਬ ਹੀ ਲੈ ਜਾਤ। ਖਿਨਮੈ ਥਾਪ ਉਥਾਪਨ ਹਾਰਾ, ਆਪਨ ਹਾਥ ਮਤਾਂਤ। ਫੈਸਲਾ ਵਾਹਿਗੁਰੂ ਦੇ ਹੱਥ ਵਿੱਚ ਹੈ ਕਿ 4 ਕੁੰਟਾਂ ਤੇ 10 ਦਿਸ਼ਾਵਾਂ ਵਿੱਚ ਮੈਂ ਭਟਕ ਕੇ ਆ ਗਿਆ, ਪਰ ਮੈਂ ਇਹ ਸਮਝ ਲਿਆ ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸ਼ਰਣਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ। ਬਸ ਮਹਾਰਾਜ ਜੀ ਆਪਣੀ ਭਗਤੀ ਲਾ ਲਓ, ਆਪਣੀ ਸ਼ਰਣੀ ਜੋੜ ਕੇ ਆਪਣੀ ਭਗਤ ਦੇ ਦਿਓ। ਕਿਉਂਕਿ ਸਾਰੇ ਪਾਸੇ ਹੁਣ ਭੱਟ ਸਹਿਬਾਨ ਵੀ ਜਦ ਸਾਰੇ ਪਾਸੇ ਘੁੰਮ ਕੇ ਆਏ ਸਨ ਨਾ, ਉਹਨਾਂ ਨੇ ਇਹੀ ਕਿਹਾ ਸੀ, ਰਹੋ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿਠੇ। ਸੰਨਿਆਸੀ ਤਪਸਵੀ ਹੈ ਮੁਖੋਂ ਇਹ ਪੰਡਤ ਮਿੱਠੇ। ਬਰਸ ਏਕ ਹੋਂ ਫਿਰੋਂ, ਕਹਿਣਾ ਨਾ ਪਰਚੋ ਲਾਇਓ। ਕਹਤੇ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿੰਦੇ ਸਭ ਕੁਛ ਤੇ ਉਹਨਾਂ ਨੂੰ ਚੇਤਾ ਸੀ, ਕਥਾ ਕਹਾਣੀਆਂ, ਉਹਨਾਂ ਨੂੰ ਸਾਰਾ ਕੁਝ ਬਾਹਰ ਦਾ, ਪਰ ਉਹਨਾਂ ਦੇ ਹਿਰਦੇ 'ਚ ਰੱਬ ਨਹੀਂ ਸੀ। ਬਸ ਕਹਿੰਦੇ ਹਰ ਨਾਮ ਛੋੜ ਦੂਜੈ ਲੱਗੈ, ਤਿਨਕੇ ਗੁਣ ਹੋਂ ਕਿਆ ਕਹੂੰ। ਗੁਰਦਈ ਮਿਲਾਇਓ ਭਿਖਿਆ, ਜਿਵ ਤੂੰ ਰੱਖੈ ਤਿਵ ਰਹੂੰ। ਹੁਣ ਗੁਰੂ ਦੀ ਸ਼ਰਨ ਵਿੱਚ ਆਇਆ। 4 ਕੁੰਟ ਦਹ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਥੱਕ ਗਿਆ ਸੱਚੇ ਪਾਤਸ਼ਾਹ। ਕਿਉਂ? 20 ਸਾਲ 40 ਸਾਲ 50 ਸਾਲ ਨਹੀਂ, ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਭਗਤ ਜੀ ਕਹਿੰਦੇ ਮੈਂ ਇਸ ਲਈ ਜ਼ਿਕਰ ਕਰਦਾ ਕਿ ਮੈਂ ਥੱਕ ਗਿਆ, ਕਿਉਂਕਿ ਬੜੇ ਜਨਮਾਂ ਦਾ ਮੈਂ ਵਿਛੜਿਆ ਹੋਇਆ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ,
कई जन्म हैवर बृख जोयो, मिल जगदीश मिलन की बरिया, चिरंकाल ਇਹ देह ਸਿੰਜਰੀਆ। थक आए मैं थक गया, बड़े जन्मां दा भटकिया होया कि सच्चे पातशाह बहुत जन्म बिछुरे थे माधो, यह जन्म तुम्हारे लेखे, कह रविदास आस लग जीवों, चिर भयो दर्शन देखे। चिर हो गया, थक आए प्रभ की शाम। शाम कहते शरण, शाम का मतलब इहदा तरकाला वेला जां लोडा वेला नहीं है। शाम पै जाना दा मतलब ये नहीं, शाम का मतलब है शरण दे विच आया। दिनों भगत जी कहते कह रविदास परो तेरी सभा, मैं तेरी सभा शरण विच आया। बेग मिलहो जन करना बिलंब, हुण बिलंब ना कर वाहिगुरू, देरी ना कर, मैनू अपने विच मिला लै। मैं बड़ा थक गया हाँ, धेन दुधै ते बाहरी, कितै न आवै काम। कि धेन कहते गां नूं, गां जद दुध देना छड़ जे ना, पिंडां वालियां नूं पता है दुध तो मੱਝ भी देंदी है, पर जद मੱਝ दुध देण तो रह जाए तो मੱਝ नूं फिर जिहड़ा किसान है जमींदार है वो जोत लैंदा हल दे नाल ते खेतां दे विच वाही वास्ते वरत लैंदा। पर जद गां दुध देण वास्ते दुध देण तो रह जाए फिर उन्होंने किसान कट दिंदा, वो किसी काम दी नहीं रहिंदी। जे दुध तो बिना गां किसी काम दी नहीं है, याद रखियो चंगे गुणा तो बिना मनुख भी किसी काम का नहीं है। गुरु दे भाणे चले तो बिना गुरु का सिख भी किसी काम का नहीं है। धेन दुधह ते बाहरी, कितै ना आवे काम। जे दुध तो बिना गां किसी काम की नहीं, तो बंदे देखो गां का गुण ही दुध देना है, तो बंदे का गुण की है? बंदे बंदगी इख्तियार, जे यही गुण तेरे अंदरों निकल जाए बंदगी वाला। बंदगी विचों किहड़े किहड़े गुण ने? सहज का गुण है, सबर का गुण है, संतोख का गुण है, धर्म का गुण है। ये सारे श्रृंगार ने। निवण सो अखर खमण गुण जिहवा मणियां मंत, ये त्रै भैणे वेस कर तां बस आवी कंत। जे यही गुण नहीं है फिर यह तन माया पाहिया प्यारे, लीतड़ा लब रंगाए, मेरा कंत ना पावै चोलड़ा प्यारे, क्यों तन सेजा जाए। फिर कुर्बान नहीं, फिर बलिहार नहीं, गुरु बख्शिश नहीं करनगे, फिर कबूलीयत नहीं होनी जे ये गुण ही नहीं अंदर। किहड़ा गुण? मंज कुचज्जी अमावण डोसड़ै, हों क्यों शाह रावण जाओ जियो, एक दो एक चढ़ंदियां कौन जाने मेरा नाओ जियो। मैं ते अवगुण दी भरी हुई हाँ, मैनू कौन इत्थे गिणती करे। इस करके सच्चे पातशाह जी कहते जल बिन साक कुमलावती, उपजह नाही दाम। साक का मतलब है खेती, फसल। ये सारी वनस्पति, वनस्पति नूं जे जल ना दिता जाए तो ये खेती सुक जाती है, किसी काम की नहीं रहिंदी। जे बाहर दी खेती, बाहर दी वनस्पति, बाहर दे जे फल बूटे, ये सारे पानी तो बिना सुक जाते हैं। याद रखें गुरु के सिखा, तेरा जीवन भी गुरु पानी बाणी तो बिना सुक जाएगा। जे नकली है तो नकली जिन्ना चिर मर्जी लाई जा, पर नकली एक दिन कूड़ेदान विच सुट्टे जाते हैं। पर असली तां है जिहड़े खुशबू भी देंदे है ते खिच भी पाउंदे है, जे उन्होंने जल मिलता है। यह है, इसी गल नूं भगत जी ने कहा है कि मेरे मन की जिहड़ी प्यास ऐसी है ना, कि जिस तरह कि ये माधो, मेरे मन के अंदर की प्रीत ऐसी है, माधो जल की प्यास ना जाए। कहते केड़ी प्यास? जल मैं अगन उठी अधकाए, कि तेरे सिमरन का पानी मैं अपने मन नूं बार बार देवां, मैं बार बार बाणी दे नाल अपने मन नूं सिंचां। ये है सतगुरु जी कहते जल बिन साख कुमलावती, उपजै ना ही दाम। वो कोई पैसे नहीं देंदी, पानी तो बिना सुकी हुई फसल। इसी तरह बाणी तो बिना सुकिया होया मन किसी दाम, किसी कीमत का नहीं रहिंदा, वो सड़ जाता है। वो बिल्कुल इस तरह हो जाता है जिहदी कोई कीमत नहीं है, जिहदे कोई गुण नहीं है। हाँ, जे गुरु का गुण चेते करो ना, भगत रविदास जी भगतां की लड़ी दे देंदे है, 5 भगतां दे नाम दसदे है जिन्हां ने रब नूं चेते कीता कि ऐसी लाल तुझ बिन कौन करे, गरीब निवास गुसैया मेरा माथै छतर तरे, जाकी छोत जगत को लागै। लोकी कहंदे नीवीं जात वाले,
ਤਾਂ ਪਰ ਤੂੰ ਹੀ ਢਰੈ। ਨੀਚਾ, ਇਹਨੂੰ ਨੀਚੋ ਨਹੀਂ ਪੜਦਾ, ਨੀਚਾ ਲਫ਼ਜ਼ ਹੈ। ਨੀਚਾ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਉੱਥੇ ਭਗਤਾਂ ਦਾ ਜ਼ਿਕਰ ਕੀਤਾ, ਕਹਿੰਦੇ ਇਹ ਸਾਰੇ ਭਗਤੇ, ਕਹਿੰਦੇ ਨਾਮਦੇਵ, ਕਬੀਰ, ਤ੍ਰਿਲੋਚਨ, ਸਦਨਾ, ਸੈਣ ਤਰੈ। ਪੰਜਾਂ ਭਗਤਾਂ ਨੂੰ ਇਸ ਲਈ ਕਿਹਾ ਕਿ ਜਿਨ੍ਹਾਂ ਨੂੰ ਲੋਕੀ ਕਹਿੰਦੇ ਸੀ ਕੋਈ ਕੀਮਤ ਨਹੀਂ ਤੁਹਾਡੀ ਸਮਾਜ 'ਚ, ਨੀਵੇਂ ਹੋ, ਪਰ ਗੁਰੂ ਦਾ ਨਾਮ, ਪ੍ਰਭੂ ਦਾ ਨਾਮ ਜਪ ਕੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ। ਰੱਬ ਨੂੰ ਚੇਤੇ ਕਰੋ ਜਿਹਦੀ ਕੋਈ ਕੀਮਤ ਨਹੀਂ ਹੈ, ਦੁਨੀਆ ਸਿਰ ਝੁਕਾਏਗੀ, ਤੁਹਾਡੀ ਕੀਮਤ ਨਹੀਂ ਦਿੱਤੀ ਜਾ ਸਕਦੀ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂਕੁੰਠ ਮਾਨੈ। ਪਰ ਜੇ ਰੱਬ ਦਾ ਨਾਮ ਹੀ ਵਿਸਰ ਜਾਏ, ਜਿੰਨਾ ਮਰਜੀ ਬਾਹਰ ਦਾ ਪਸਾਰਾ ਹੋਏ, ਮਹਾਰਾਜ ਕਹਿੰਦੇ ਕੋਈ ਕੀਮਤ ਨਹੀਂ ਫਿਰ ਜੀਵਨ ਦੀ। ਜੀਵਨ ਇਸ ਤਰ੍ਹਾਂ ਖਰਾਬ ਗਿਆ ਜਿਸ ਤਰ੍ਹਾਂ ਜਲ ਬਿਨ ਸਾਖ ਕੋ ਮਿਲਾਵਤੀ ਉਪਜੈ ਨਾਹੀ ਦਾਮ। ਹਰ ਨਾਹ ਨ ਮਿਲੀਐ ਸਾਜਨੈ, ਕਤ ਪਾਈਐ ਬਿਸਰਾਮ। ਇੱਥੇ ਨਾਹ ਦਾ ਮਤਲਬ ਹੈ ਖਸਮ, ਵਾਹਿਗੁਰੂ, ਪਤੀ, ਜਿਹਨੂੰ ਬਾਣੀ ਵਿੱਚ ਸੁਣ ਨਾਹ ਪ੍ਰਭੂ ਜੀਓ, ਏਕ ਲੜੀ ਬਨ ਮਾਹ, ਕਿਉਂ ਧੀ ਰਹਿ ਗਈ ਨਾਹ ਬਿਨਾ, ਪ੍ਰਭ ਵੇ ਪਰਵਾਹ। ਇਹ ਜ਼ਿਕਰ ਕੀਤਾ ਕਿ ਇਸ ਕੰਕਰੀਟ ਜੰਗਲ ਦੇ ਵਿੱਚ ਵੀ ਹੈਵ ਮੇਡ ਦ ਹੋਲ ਯੂਨੀਵਰਸ ਕੰਕਰੀਟ ਜੰਗਲ। ਇੰਨਾ ਕੁਛ ਹੋ ਕੇ ਵੀ ਅਸੀਂ ਖੋਖਲੇ ਹਾਂ, ਅੰਦਰੋਂ ਖਾਲੀ ਪਏ ਹਾਂ। ਕਿਉਂ? ਅੰਦਰੋਂ ਇੱਕ ਸੁੰਨਾਪਨ ਹੈ, ਦੁੱਖ ਹੈ, ਅੰਦਰ ਖਾਲੀ ਹੈ। ਕਿਉਂ? ਸਬਰ ਨਹੀਂ ਹੈ, ਸੰਤੋਖ ਨਹੀਂ ਹੈ, ਗੁਣ ਨਹੀਂ ਹੈਗੇ ਰੱਬ ਦੇ, ਈਰਖਾ ਵੜੀ ਹੋਈ ਹੈ ਅੰਦਰ। ਤ੍ਰਿਸ਼ਨਾ ਇਹ ਖੋਖਲਾਪਨ ਖਤਮ ਕਰਦੀ ਹੈ ਅੰਦਰ ਤ੍ਰਿਸ਼ਨਾ ਦੀ। ਤੇ ਮਹਾਰਾਜ ਕਹਿੰਦੇ ਅੱਗ ਜੰਗਲ ਦੀ ਅੱਗ ਦੀ ਤਰ੍ਹਾਂ, ਜਿਵੇਂ ਅੱਗ ਲੱਕੜਾਂ ਤੋਂ ਨਹੀਂ ਰਜਦੀ, ਅੰਦਰ ਦੀ ਤ੍ਰਿਸ਼ਨਾ ਦੁਨੀਆ ਦੇ ਸਾਰੇ ਪਦਾਰਥ ਇਕੱਠੇ ਕਰ ਲਓ, ਇਹਨੇ ਰਜਣਾ ਹੀ ਨਹੀਂ ਹੈ। ਇਹ ਅੱਗ ਐਸੀ ਹੈ, ਇਹਨੇ ਨਹੀਂ ਰਜਣਾ। ਹਾਂ ਜੀ, ਰਜ ਬਿਨਾ ਸੰਤੋਖ ਨਹੀਂ ਕੋ ਰਜ ਹੈ। ਰਜ ਤੇ ਸੰਤੋਖ ਨਾਲ ਹੀ ਮਿਲੇਗਾ। ਸਾਹਿਬ ਜੀ ਕਹਿੰਦੇ ਹਰ ਨਾਹ ਨਾ ਮਿਲੀਐ ਸਾਜਨੈ, ਕਤ ਪਾਈਐ ਬਿਸ਼ਰਾਮ। ਮਨ ਪ੍ਰਭੂ ਦੇ ਸਿਮਰਨ ਤੋਂ, ਪ੍ਰਭੂ ਦੀ ਮਿਲਾਪ ਤੋਂ ਬਿਨਾ, ਪ੍ਰਾਪਤੀ ਤੋਂ ਬਿਨਾ ਨਹੀਂ ਟਿਕ ਸਕਦਾ। ਮਨ ਵਿਸ਼ਰਾਮ ਪਾਏਗਾ, ਟਿਕੇਗਾ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਜਦ ਪ੍ਰਭੂ ਹਰੀ ਜਨ ਦਾ ਸੰਗਤ ਵਿੱਚ ਹਰੀ ਪ੍ਰਭੂ ਦਾ ਚੇਤਾ ਕੀਤਾ ਜਾਏਗਾ, ਮਨ ਟਿਕ ਜਾਏਗਾ। ਨਹੀਂ ਤੇ ਇਹ ਮਨ ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ ਲੋਭੀ ਜਿਹੜਾ, ਥਿਰ ਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਇਹ ਭਜਦਾ ਰਹੇਗਾ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਯਾਦ ਰੱਖਿਓ, ਜਿਸ ਹਿਰਦੇ ਘਰ ਵਿੱਚ ਕੰਤ ਵਾਹਿਗੁਰੂ ਨਹੀਂ ਨਾ, ਬਾਹਰ ਜਿੰਨੇ ਮਰਜੀ ਸੁੱਖ ਸਾਧਨ, ਜਿੰਨਾ ਮਰਜੀ ਬਾਹਰ ਦਾ ਪਸਾਰਾ ਖੁਸ਼ਨੁਮਾ ਹੋਏ, ਮਹਾਰਾਜ ਕਹਿੰਦੇ ਉਹਦੇ ਲਈ ਸਾੜਾ ਹੀ ਸਾੜਾ। ਫਿਰ ਮੈਂ ਬੇਨਤੀ ਕਰਾਂ, ਜੇ ਅੰਦਰ ਤ੍ਰਿਸ਼ਨਾ ਦੀ ਪੀੜ ਹੈ ਨਾ, ਅੰਦਰ ਰੋਗ ਹੈ, ਦੁੱਖ ਹੈ, ਬਾਹਰ ਦੇ ਸੁੱਖ ਵੀ ਬੰਦੇ ਨੂੰ ਹੋਰ ਦੁਖੀ ਕਰਨਗੇ, ਹੋਰ ਦੁਖੀ ਕਰਨਗੇ। ਜੇ ਅੰਦਰ ਹੀ ਬਸੰਤ ਵਰਤ ਜਾਏ, ਤੇ ਇਹ ਬਸੰਤ ਮਹਾਰਾਜ ਜੀ ਦੇ ਨਾਮ ਦਾ। ਅਸੀਂ ਸਵਾ ਮਹੀਨਾ ਇਹ ਚੇਤਾ ਕੀਤਾ, ਪੜ੍ਹ ਪੜ੍ਹ ਕੇ, ਸੁਣ ਸੁਣ ਕੇ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ। ਕਰਮ ਲਿਖਨ ਤੇ ਪਾਈਐ ਇਹ ਰੁੱਤ ਸੁਹਾਈ, ਵਣ ਤ੍ਰਿਣ ਤ੍ਰਿਭਵਨ ਮੋਲਿਆ, ਅੰਮ੍ਰਿਤ ਫਲ ਪਾਈ। ਮਿਲ ਸਾਧੂ ਸੁਖ ਉਪਜੈ, ਲੱਥੀ ਸਭ ਛਾਈ। ਇਹ ਕੱਲਾ ਪੜ੍ਹਨ ਵਿਚਾਰਨ ਵਾਸਤੇ ਨਹੀਂ, ਇਹ ਕਮਾਉਣ ਵਾਸਤੇ ਹੈ। ਮਹਾਰਾਜ ਕਹਿੰਦੇ ਜਿਸ ਘਰ ਵਿੱਚ ਕੰਤ ਵਾਹਿਗੁਰੂ ਨਹੀਂ ਪ੍ਰਗਟ ਹੋਇਆ, ਭੱਠ ਨਗਰ ਸੇ ਗ੍ਰਾਮ। ਭੱਠ ਦਾ ਮਤਲਬ ਹੈ ਭੱਠੀਆਂ, ਅੱਗ ਦੀ ਭੱਠੀ ਦੀ ਤਰ੍ਹਾਂ ਉਹਨਾਂ ਵਿੱਚ ਸਾੜਾ ਹੈ, ਉਹ ਸੜਦੇ ਪਏ ਨੇ, ਉਹਨਾਂ ਦੇ ਅੰਦਰ ਸੁੱਖ ਨਹੀਂ ਹੈ। ਨਾਮ ਤੋਂ ਬਿਨਾ ਅੰਦਰ ਦੁੱਖਾਂ ਦੀ ਅੱਗ ਹੈ। ਉਹ ਗ੍ਰਾਮ, ਉਹ ਸਰੀਰ ਰੂਪੀ ਗ੍ਰਾਮ, ਉਹ ਸ਼ਹਿਰ, ਉਹ ਸਾਰੇ ਪਾਸੇ ਦੁੱਖ ਹੀ ਦੁੱਖ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਧਣੀ ਵਿਹੂਣਾ, ਪਾਟ ਪਟੰਬਰ ਪਾਹੀ ਛੇਤੀ ਜਾਲੇ। ਭਾਵੇਂ ਤੂੰ ਬੜਾ ਪੈਸਿਆਂ ਵਾਲਾ ਹੈ, ਧਨੀ ਹੈ, ਤੂੰ ਰੇਸ਼ਮੀ ਮਹਿੰਗੇ ਕੱਪੜੇ ਪਾਏ ਹੋਏ ਨੇ, ਪਰ ਤੇਰੇ ਅੰਦਰ ਗੁਰੂ ਵਾਹਿਗੁਰੂ ਜੀ ਦੇ ਗੁਣ ਨਹੀਂ, ਚੇਤਾ ਨਹੀਂ, ਮੇਰੇ ਵਾਸਤੇ ਤੂੰ ਆਗੀ ਹੈ। ਪਾਹੇ ਛੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾਂ, ਨਾਨਕ ਤੈ ਸ਼ੈ ਨਾਲੇ। ਪਰ ਜਿਹਦੇ ਕੋਲ ਭਾਵੇਂ ਜਿਨ ਪਟ ਅੰਦਰ ਬਾਹਰ, ਗੁੱਦੜ ਤੇ ਭਲੇ ਸੰਸਾਰ, ਤਿਨ ਨੇਹੋਂ ਲੱਗਾ
ਇਹ ਹੈ ਰੱਬ ਦੇ ਨਾਲ ਨੇਹ ਲੱਗ ਜਾਣਾ। ਤੇ ਨੇਹ ਲੱਗਾ ਰੱਬ ਸੇਤੀ, ਦੇਖ ਨੈ ਵਿਚਾਰ ਰੰਗ ਹਸੈ, ਰੰਗ ਰੋਵੈ ਚੁੱਪ ਭੀ ਕਰ ਜਾਹੇ, ਪਰਵਾਹ ਨਾਹੀਂ ਕਿਸੈ ਕੇਰੀ, ਬਾਜ ਸੱਚੇ ਨਾਹ ਖਸਮ ਤੋਂ ਬਿਨਾ ਨਹੀਂ। ਖਸਮ ਨਹੀਂ ਹੈ। ਫਿਰ ਮਹਾਰਾਜ ਜੀ ਕਹਿੰਦੇ ਅੱਗ ਦਾ ਸਾੜਾ ਹੈ, ਸਰਬ ਸਿੰਗਾਰ ਤੰਬੂਲ ਰਸ, ਸਣ ਦੇਹੀ ਸਭ ਖਾਮ। ਖਾਮ ਇੱਕ ਲਫ਼ਜ਼ ਅਸੀਂ ਪੜ੍ਹਦੇ ਹਾਂ ਨਾ, ਖਾਮ ਖਾ, ਕਿ ਐਵੇਂ ਖਾਮ ਖਾਦਾ ਕਿ ਜਿਸ ਚੀਜ਼ ਦੀ ਕੋਈ ਕੀਮਤ ਹੀ ਨਹੀਂ ਹੈ, ਜਿਹੜਾ ਐਵੇਂ ਵਾਧੂ ਹੈ। ਖਾਮ ਦਾ ਮਤਲਬ ਹੈ ਹੋਛਾ, ਹਲਕਾ, ਕੱਚਾ, ਜਿਹਦੀ ਕੋਈ ਕੀਮਤ ਨਹੀਂ, ਬਿਲਕੁਲ ਕਿਸੇ ਕੰਮ ਦਾ ਨਹੀਂ। ਬਾਹਰ ਦੇ ਕੀਤੇ ਜਿੰਨੇ ਮਰਜ਼ੀ ਸ਼ਿੰਗਾਰ। ਕਬੀਰ ਹੈ ਗੈ ਬਾਹਨ ਸਗਨ ਘਨ, ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਿਹਾਰ। ਕਬੀਰ ਸਾਹਿਬ ਕਹਿੰਦੇ ਕੋਈ ਬਹੁਤ ਵੱਡੇ ਰਾਜੇ ਦੀ ਪਤਨੀ ਰਾਣੀ, ਹਾਥੀ ਘੋੜਿਆਂ ਤੇ ਸਵਾਰ ਹੋਣ ਵਾਲੀ, ਜੇ ਉਹ ਵੀ ਆ ਜਾਏ ਨਾ ਮੇਰੇ ਵਾਸਤੇ, ਉਹ ਪੈਰ ਦੇ ਧੂੜ ਦੇ ਬਰਾਬਰ ਨਹੀਂ ਹੈਗੀ ਉਸ ਔਰਤ ਦੇ, ਭਾਵੇਂ ਜਿਹਦੇ ਕੋਲ ਚੰਗੇ ਕੱਪੜੇ ਨਹੀਂ ਹੈਗੇ ਪਹਿਨਣ ਵਾਸਤੇ, ਜਿਹਦੇ ਕੋਲ ਸਵਾਰੀਆਂ ਨਹੀਂ ਹੈਗੀਆਂ, ਨੰਗੇ ਪੈਰ ਹੀ ਤੁਰੇ ਫਿਰੇ, ਪਰ ਜੇ ਰੱਬ ਦੇ ਦਰ ਦਾ ਹੁਕਮ ਮੰਨ ਕੇ ਰੱਬ ਦੇ ਦਰ ਦਾ ਪਾਣੀ ਭਰਦੀ ਹੈ ਨਾ, ਉਹ ਔਰਤ ਭਾਵੇਂ ਉਹ ਰਾਜੇ ਦੀ ਪਤਨੀ ਕਿਉਂ ਨਹੀਂ ਹੈ, ਉਹਦੇ ਪੈਰ ਦੇ ਬਰਾਬਰ ਵੀ ਨਹੀਂ ਹੈ। ਕਬੀਰ, ਇਹ ਕਬੀਰ ਸਾਹਿਬ ਦਾ ਬਚਨ ਹੈ ਗੈ ਹਾਥੀ ਘੋੜੇ ਬਾਹਨ ਸਗਨ ਘਨ, ਛਤਪਤੀ ਕੀ ਨਾਰ, ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਿਹਾਰ। ਕਹਿੰਦੇ ਕਿਉਂ? ਕਹਿੰਦੇ ਯਾਦ ਰੱਖਿਓ, ਜਿਹਦੇ ਕੋਲ ਸਾਰੇ ਸੁੱਖ ਨੇ, ਸੋਹਣੇ ਕੱਪੜੇ ਬਸਤਰ, ਹਾਰ ਸ਼ਿੰਗਾਰ ਹੈ, ਪਰ ਜੇ ਅੰਦਰ ਰੱਬ ਨਹੀਂ ਨਾ, ਅੰਦਰ ਅੱਗ ਹੀ ਹੈ, ਅੰਦਰ ਸਾੜਾ ਹੀ ਹੈ, ਅੰਦਰ ਮਹਾਰਾਜ ਜੀ ਕਹਿੰਦੇ ਰੋਗ ਹੀ ਹੈ। ਪਰ ਜਿਹਦੇ ਕੋਲ ਭਾਵੇਂ ਬਾਹਰ ਦੇ ਪਾਣਨ ਵਾਸਤੇ ਬਸਤਰ ਚੰਗੇ ਨਹੀਂ, ਪਰ ਜੇ ਅੰਦਰ ਰੱਬ ਹੈ ਨਾ, ਉਹਦੇ ਅੰਦਰ ਸ਼ਾਂਤ ਹੈ, ਸ਼ੀਤਲਤਾ ਹੈ। ਅੱਜ ਦਾ ਹੁਕਮਨਾਮਾ ਪੜ੍ਹੋ, ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵਖੰਡ ਨੈ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭ੍ਰਮਣ ਹੈ। ਕਹਿੰਦੇ ਭਾਵੇਂ ਸਾਰੀ ਧਰਤੀ ਦਾ ਰਾਜ ਵੀ ਮਿਲ ਜੇ, ਸਵਰਗ ਲੋਕ ਹੈ, ਐਸੀ ਥਾਂ ਤੇ ਰਹਿੰਦੇ ਜਿਹਨੂੰ ਸਵਰਗ ਆਖਿਆ, ਕਹਿੰਦੇ ਹਰ ਤਰ੍ਹਾਂ ਦਾ ਸੁੱਖ ਹੈ, ਪਰ ਜੇ ਰੱਬ ਹੀ ਵਿਸਰ ਗਿਆ, ਮਹਾਰਾਜ ਜੀ ਕਹਿੰਦੇ ਉਦਿਆਨ ਭ੍ਰਮਣ ਹੈ। ਕਹਿੰਦੇ ਤੂੰ ਤੇ ਸੰਘਣੇ ਜੰਗਲਾਂ ਦੇ ਕੰਡਿਆਂ ਨੂੰ, ਸੰਗਲੇ ਜੰਗਲਾਂ ਦੇ ਵਿੱਚ ਗੁਆਚਿਆਂ ਹੋਇਆਂ ਦੇ ਬਰਾਬਰ ਹੈ। ਕਬੀਰ ਨ੍ਰਿਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ। ਕਬੀਰ ਸਾਹਿਬ ਨੂੰ ਪੁੱਛਿਆ ਫਿਰ ਰਾਜੇ ਦੀ ਪਤਨੀ ਨੂੰ ਕਿਉਂ ਨਿੰਦਿਆ ਤੇ ਰੱਬ ਦੀ ਦਾਸੀ ਨੂੰ ਮਾਣ ਕਿਉਂ ਦਿੱਤਾ? ਕਹਿੰਦੇ ਸੁਣੋ, ਉਹਦੇ ਕੋਲ ਭਾਵੇਂ ਸਾਰੇ ਸ਼ਿੰਗਾਰ ਨੇ, ਪਰ ਅੰਦਰ ਕੰਤ ਨਹੀਂ, ਤੇ ਪਤੀ ਤੋਂ ਬਿਨਾਂ ਕੀਤੇ ਹੋਏ ਸਾਰੇ ਸ਼ਿੰਗਾਰ ਕਿਸੇ ਕੰਮ ਦੇ ਨਹੀਂ ਹੁੰਦੇ, ਕੋਈ ਕੀਮਤ ਨਹੀਂ ਪਾਉਂਦੇ, ਖਮ ਖਾਈ ਹੁੰਦੇ ਨੇ। ਇਸੇ ਤਰ੍ਹਾਂ ਜੇ ਰੱਬ ਨਾਲ ਜੁੜ ਗਏ ਤੇ ਰੱਬ ਹੀ ਸ਼ਿੰਗਾਰ ਬਣ ਜਾਏ, ਪਤੀ ਸ਼ਿੰਗਾਰ ਬਣ ਜਾਏ, ਫਿਰ ਉਸ ਨਾਰੀ ਨੂੰ ਬਾਹਰ ਦੇ ਸ਼ਿੰਗਾਰਾਂ ਦੀ ਮੁਤਾਜਗੀ ਨਹੀਂ ਰਹਿੰਦੀ। ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ। ਉਹ ਮਾਂਗ ਸਵਾਰੈ ਬਿਖੈ ਕੀ, ਉਹ ਸਿਮਰੈ ਹਰੀ ਨਾਮ। ਜਿਹੜਾ ਨਿਰਪ ਨਾਰੀ ਹੈ ਉਹ ਅੱਗ ਦੇ ਨਾਲ, ਅਹੰਕਾਰ ਦੇ ਨਾਲ ਭਰੀ ਹੋਏਗੀ, ਪਰ ਜਿਹੜੀ ਹਰੀ ਦੀ ਦਾਸੀ ਹੈ ਉਹਦੇ ਅੰਦਰ ਸਬਰ ਸੰਤੋਖ ਤੇ ਉਹਦੀ ਸੰਗਤ ਕੀਤਿਆਂ ਰੱਬ ਚੇਤੇ ਆਏਗਾ। ਸਰਬ ਸਿੰਗਾਰ ਤੰਬੂਲ, ਬਾਹਰ ਪਾਣ, ਅੱਜ ਦੇ ਬਾਹਰ ਦੇ ਮੇਕਅਪ, ਪਹਿਲਾਂ ਪਾਨ ਖਾਏ ਜਾਂਦੇ ਸਨ ਬੁੱਲਾਂ ਨੂੰ ਲਾਲ ਕਰਨ ਲਈ, ਇਸ ਕਰਕੇ ਤੰਬੂਲ ਵਰਤਿਆ। ਇਹ ਸਾਰੇ ਸ਼ਿੰਗਾਰ, ਸਾਰੇ ਰਸ, ਮਹਾਰਾਜ ਕਹਿੰਦੇ ਸਣ ਦੇ ਹੀ ਸਭ ਖਾਮ, ਸਭ ਫਨਾ ਹੋਣਗੇ, ਕੱਚੇ ਨੇ। ਅੱਗੇ ਕਹਿੰਦੇ ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸਜਣ ਸਭ ਜਾਮ। ਜਾਮ ਦਾ ਮਤਲਬ ਹੈ ਜਮਾਂ ਦੇ ਵਸ। ਪ੍ਰਭੂ ਤੋਂ ਬਿਨਾਂ ਜਿੰਨਾ ਕੁਛ ਵੀ ਹੈ, ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸਜਨ। ਇਹ ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸਕੀ ਧਰਿਆ। ਜੀ ਅਰੇ ਓਲਾ ਨਾਮ ਕਾ, ਅਵਰ ਜੇ ਕਰਨ ਕਰਾਵਨੋ, ਤਿਨ ਮੈਂ ਭਉ ਹੈ ਜਾਮ ਕਾ। ਇੱਥੇ ਵੀ ਜਾਮ ਲਫ਼ਜ਼ ਜਮਾ ਲਈ ਵਰਤਿਆ। ਨਾਨਕ ਕੀ ਬੇਨੰਤੀਆ, ਕਰ ਕਿਰਪਾ ਦੀਜੈ ਨਾਮ। ਸਤਿਗੁਰ ਜੀ ਤੁਹਾਡੇ ਅੱਗੇ ਬੇਨਤੀ ਹੈ, ਨਾਨਕ ਕੀ ਬੇਨੰਤੀ ਆ, ਕਰ ਕਿਰਪਾ ਦੀਜੈ ਨਾਮ। ਕਰਮਾਂ ਦੇ ਰਾਹੀਂ, ਕਿਰਤ ਦੇ ਰਾਹੀਂ ਮੈਂ ਨਾਮ ਦੀ ਤੁਹਾਡੀ ਪ੍ਰਾਪਤੀ ਨਹੀਂ ਕਰ ਸਕਦਾ, ਪਰ ਜੇ ਤੁਸੀਂ ਕਿਰਪਾ ਕਰ ਦਿਓ, ਰਹਿਮ ਕਰ ਦਿਓ, ਤੇ ਰਹਿਮਤ ਦੇ ਨਾਲ ਮੈਂ ਇਹ ਦਾਤ ਹਾਸਲ ਕਰ ਸਕਦਾ। ਹਰ ਮੇਲੋ ਸੁਆਮੀ ਸੰਗ ਪ੍ਰਭ,
जिसका निहचल धाम। उस वाहिगुरु कंत नूं मिलिया निहचल अडोल धाम, जिहड़ा डोलदा नहीं, निहचल है। चल दा मतलब हिलन वाला, निहचल दा मतलब जिन्हों कोई हिला नहीं सकता। ऐसा धाम, ऐसा निज घर दा आनंद पैदा होएगा कि बाहर दियां भावें सारियां रुत्तां वरत जाण, पर अंदर दा बसंत कोई नहीं खो सकेगा, अंदर दा सुख कोई नहीं सुख हो सकेगा। इत्थे पहले पदे की समाप्ति है। आओ जी, नवे संमत, नवे साल, महीने की आरंभता, शब्द की विचार शुरू करिए। चेत गोबिंद आराधिय होवै आनंद कणा। चेत दे महीने की आरंभता, नवे साल का आमद आप सारिਆਂ ਨੂੰ ਮੁਬਾਰਕਾਂ। हर साल असी कुछ ना कुछ अपने रेजोल्यूशनस बनाते हैं। वी मेक आर न्यू ईयर रेजोल्यूशनस। वी विल डू समथिंग आउट ऑफ द बॉक्स। कुछ ये करांगे, कुछ वो करांगे, सब कुछ करांगे। कोई कहता मैं जिम जावांगा, कोई कहता मैं सेहत बढ़ावांगा, कोई कहता मैं पतला, कोई कहता मैं मोटा। वैसे सुख तो किथे भी नहीं है। कोई कुछ करेगा, ठीक है, मुबारक है। इस करके ये नवा साल देसी असी मना रहे हैं। कुल संसार दे विच कुल नानक नाम लेवा बहुत मुबारक है। दिल्ली सिख गुरुद्वारा प्रबंधक कमेटी प्रधान साहब, सकत्तर साहब, धर्म प्रचार कमेटी के चेयरमैन साहब कि जेड़े ये समागम हो रहे हैं। क्यों? नवे साल अंग्रेजी चढ़ते ने, दुनिया के कारज करन वास्ते असी तत्पर होंदे आ, पर जिस दिन असी चेत दे महीने गुरु कोल आके बह जांगे ना, ये आउण वाला सारा साल सानू इक्को एक रेजोल्यूशन देगा कि सच्चे पातशाह भई प्राप्त मानुख दे हुरिया गोबिंद मिलन की एह तेरी बरिया। यह है कि चेतना ही ता चेत, चेता ही ता चेत, कि चेत लै प्रभु नू चेत। क्योंकि जे विसर गया तू विसरै तां सब को लागू, चीत आवै तां सेवा। ये देसी साल ये चेता करा रहा कि आउण वाला हुण दम दम सदा संभालदा, दम ना बिरथा जाए। कि आउण वाला सारा साल साडा प्रभु दे चेते विच निकले, प्रभु की याद विच निकले। तो जिहड़ा याद विच निकलेगा, जे सुख दे तां तुझे आराधी, दुख भी तुझे ध्याई, जे भुख दे तां इत ही राजा, दुख विच सुख मनाई। बाहर भावें जिहो जी मर्जी रुत वरते, अंदर सुख ही सुख है, अंदर आनंद ही आनंद है। चेत गोबिंद आराधी है। गोबिंद का मतलब है वाहिगुरु, उहदा आराधन करो। होवै आनंद घना, कहंदे चीत आवे तां महा आनंद। जे चेत आ जाए ना तो चेते आउण दे नाल आनंद वरतेगा। चीत आवे तां सब दुख भंज, सारे दुख दूर हो जाणगे जे वाहिगुरु चेता आ जाए। चीत आवे तां सर्ब को राजा, जे वाहिगुरु चेते आ जाए ना, दुनिया तेरे अगे नमस्कार करेगी। चीत आवे तां पूर्ण काजा, इहदे सारे कारज पूर्ण होवेंगे। चीत आवे तां रंग गुलाल, जे वो चेता आ गया तो नाम की रंगत चढ़ जाएगी। कहते चीत आवे तां सदा निहाल, फिर तू सदा ही खेड़े विच रहेगा। चेत गोविंद आराधिया होवै आनंद घना, संत जना मिल पाइयै रसना नाम पणा। देखी बाहर की संगत निंदा चिंदा वाली ना हो जाए, कि ईरखा द्वैश वाली ना हो जाए। सारा दिन तू रब की बंदगी करन वालिया, तो ये ना होए कि टुट टुट के ते तू निंदा चिंदा विच पै जाए। जे निंदा करेगा तो सुन ली, निंदा भली किसै की ना है मन मुख मुगध करन, मूँह काले तिन निंदकां नरके घोर पवन। इस करके उन्हां दी संगत कर जिन्हां दी संगत कीतियां तैनूं रब चेते आए। कि उन्हां दा संत जना मिल पाई है, कि साध संगत संत जना दी संगत विच बैठी रसना नाम भणा। भणा दा मतलब है उचारना, बोलना। अपनी रस रसना तो वाहिगुरु दा नाम चेते करी। जिन पाया प्रभ अपना, आए तिसै गणा। गणा दा मतलब है गिणती मिणती विच आ गए, किथे उन्हां दी कीमत पै गई। जिन्हां ने पार ब्रह्म परमेश्वर वाहिगुरु नूं प्राप्त कर लिया। जिन पाया प्रभ अपना, अपने हिरदे विचों रब नूं चेते कर लिया। उन्हां दा इत्थे आया आया सफल ताहू को गणिया, जिन्हों असीं कहने आ कि उन्हां दा आना सफल होया। कि जास रसन हर हर मुख भणिया, जिन्हां ने अपनी रसना तो वाहिगुरु वाहिगुरु चेते कीता, प्रभु नूं ध्याया। एक खिन तिस बिन जीवना,
ਬਿਰਥਾ ਜਨਮ ਜਣਾ। ਵਾਹਿਗੁਰੂ ਚੇਤੇ ਆ ਜੇ ਤੇ ਬੜਾ ਤੁਧ ਚਿਤੇ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਸੱਚ ਤੇ ਇਹ ਹੈ ਕਿ ਅਰਦਾਸ ਕਰੋ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ। ਅਰਦਾਸ ਕਰੀ ਪ੍ਰਭ ਆਪਣੇ ਆਗੈ, ਸੁਣ ਸੁਣ ਜੀਵਾਂ ਤੇਰੀ ਬਾਣੀ। ਆ ਚੇਤ ਦਾ ਮਹੀਨਾ ਚੇਤਾ ਕਰਾ ਰਿਹਾ ਕਿ ਆਉਣ ਵਾਲੇ ਸਾਰਾ ਸਾਲ ਸਾਰਾ ਸਮਾਂ ਮੈਂ ਵਾਹਿਗੁਰੂ ਤੁਹਾਨੂੰ ਚੇਤੇ ਕਰਾਂ। ਜੇ ਇੱਕ ਖਿਨ ਵਾਹਿਗੁਰੂ ਨੂੰ ਵਿਸਰ ਗਿਆ, ਇੱਕ ਘੜੀ ਦਿਨਸ ਮੁਕੋ ਬਹੁਤ ਦਿਹਾਰੈ, ਮਨ ਨਾ ਰਹਿ ਕੈਸੇ ਮਿਲੋ ਪਿਆਰੇ। ਇਹ ਹੈ ਕਿ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੈ ਚਾਤ੍ਰਿਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਗੁਰਦਰਸ਼ਨ ਸੰਤ ਪਿਆਰੇ ਜੀਓ। ਇਹ ਹੈ ਇੱਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਇਹ ਜਨਮ ਬਿਰਥਾ ਜਾਂਦਾ ਹੈ। ਜਲ ਥਲ ਮਹੀਅਲ ਪੂਰਿਆ, ਰਵਿਆ ਵਿੱਚ ਵਣਾ। ਸਿਮਰਨ ਦੀ ਜੁਗਤ ਨਾਲ ਸਾਧ ਸੰਗਤ ਵਿੱਚ ਗੁਰੂ ਕੋਲ ਆ ਕੇ ਪਤਾ ਲੱਗਦਾ ਹੈ ਰੱਬ ਕੱਲਾ ਸਾਡੇ ਅੰਦਰ ਨਹੀਂ, ਉਹ ਜਲ ਵਿੱਚ ਵੀ ਹੈ, ਉਹ ਥਲ ਵਿੱਚ ਵੀ ਹੈ, ਉਹ ਧਰਤੀ ਤੇ ਵੀ, ਧਰਤੀ ਦੇ ਅੰਦਰ ਵੀ, ਉਹ ਸਾਰੇ ਬ੍ਰਹਿਮੰਡ ਵਿੱਚ ਹੈ। ਜਲ ਥਲ ਮਹੀਅਲ ਪੂਰਿਆ, ਰਵਿਆ ਵਿੱਚ ਵਣਾ। ਉਹ ਤ੍ਰਿਣ ਤੋਂ ਲੈ ਕੇ ਅਸੀਂ ਪੜ੍ਹਦੇ ਹਾਂ ਨਾ ਕਿ ਇਹ ਰੱਬ ਕਿੱਥੇ ਕਿੱਥੇ ਨਹੀਂ ਹੈ। ਕਹਿੰਦੇ ਸਾਰੀ ਜਗ੍ਹਾ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਉਹ ਸਾਰੀ ਜਗ੍ਹਾ ਹੈ कि चक्र चिन्ह अर बरन जात अर पात नहीं जे, रूप रंग अर रेख पे को कह न सकत के, अचल मूरत अनभो प्रकाश अमि तोज कही जय। कोट इंद्र इंद्राण शाहू शाहान कड़ी जय, त्रिभवन महीप सुर नर असुर, नेत नेत बन तृण कहत। ना अति ना अति, सब दे विच है पर तेरा अंत नहीं पाया जा सकता। सब दे विच है, बन तृण कहत, सब तेनू उराद रहे ने वाहिगुरू जी, तू सब विच है। ਸਾਹਿਬ ਜੀ ਕਹਿੰਦੇ ਕਿ ਉਹ ਸਭ ਦੇ ਵਿੱਚ ਜਲ ਥਲ ਮਹੀਅਲ ਪੂਰਿਆ, ਰਵਿਆ ਵਿੱਚ ਵਣਾ। ਸੋ ਪ੍ਰਭ ਚਿਤ ਨਾ ਆਵੇ, ਕਿਤੜਾ ਦੁੱਖ ਗਣਾ। ਦੁਨੀਆ ਦੇ ਵਿੱਚ ਹਰ ਤਰ੍ਹਾਂ ਦੇ ਦੁੱਖ ਮੰਨੇ ਗਏ ਨੇ। ਵਿਛੋੜਾ ਵੀ ਦੁੱਖ ਹੈ, ਤਨ ਦਾ ਰੋਗ ਵੀ ਦੁੱਖ ਹੈ, ਮਾਨਸਿਕ ਰੋਗ ਵੀ ਦੁੱਖ ਨੇ, ਕਲਹ ਕਲੇਸ਼ ਵੀ ਦੁੱਖ ਹੈ। ਪਰ ਸਾਰੇ ਦੁੱਖਾਂ ਵਿੱਚੋਂ ਵੱਡਾ ਦੁੱਖ ਪਤਾ ਕਿਹੜਾ? ਕਿ ਵਾਹਿਗੁਰੂ ਜੀ ਦਾ ਵਿਸਰ ਜਾਣਾ। ਜਿਹਨੂੰ ਹੁਣੇ ਹੀ ਚੇਤਾ ਕੀਤਾ, ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੈ ਤਾਂ ਸੇਵਾ, ਅਵਰ ਨਾ ਕੋ ਦੂਜਾ ਸੂਝੈ, ਸਾਚੇ ਅਲਖ ਅਪੇਵਾ। ਕਿ ਸੱਚੇ ਪਾਤਸ਼ਾਹ ਤੇਰੇ ਬਿਨਾ ਦੁੱਖ ਹੀ ਦੁੱਖ ਹੈ। ਕਿ ਸੋ ਪ੍ਰਭ ਚਿਤ ਨਾ ਆਵੀ, ਕਿਤੜਾ ਦੁੱਖ ਗਣਾ। ਕਿੰਨਾ ਦੁੱਖ ਹੈ, ਉਸ ਦੁੱਖ ਦੀ ਕੋਈ ਆਗਤ ਮਿਤ ਨਹੀਂ। ਕਿ ਰੱਬ ਨੂੰ ਵਿਸਰਿਆ ਹੀ ਬਹੁਤ ਵੱਡਾ ਦੁੱਖ ਵਰਤ ਜਾਂਦਾ ਹੈ। ਜਿਨ ਜਿਨੀ ਰਾਵਿਆ ਸੋ ਪ੍ਰਭੂ, ਤਿਨਾ ਭਾਗ ਮਣਾ। ਜਿਨੇ ਰੱਬ ਨੂੰ ਚੇਤੇ ਕੀਤਾ ਵੱਡੇ ਭਾਗਾਂ ਨਾਲ ਕੀਤਾ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਮੇਰਾ ਵੀ ਮਨ ਪ੍ਰਭੂ ਦੇ ਦੀਦਾਰ ਵਾਸਤੇ ਲੋਚਾ, ਪਿਆਸ ਰੱਖਦਾ, ਖਿੱਚ ਰੱਖਦਾ। ਮੇਰੇ ਮਨ ਦੇ ਅੰਦਰ ਪਿਆਸ ਹੈ। ਦਰਸ਼ਨ ਪਿਆਸੀ ਦਿਨ ਸਿਰਾਤ, ਚਿਤਵੋਂ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਉਸ ਸਤਸੰਗੀ ਜਨ ਤੋਂ ਬਲਹਾਰ ਜਾਈਐ, ਕੋਈ ਆਨ ਮਿਲਾਵੈ ਮੇਰਾ ਪ੍ਰੀਤਮ ਪਿਆਰਾ। ਹੋਂ ਤਿਸ ਪੈ ਆਪ ਵਿਚਾਈ। ਕੋਈ ਜਨ ਹਰਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ। ਪ੍ਰਾਣ ਅਕੋਰ ਅੰਤਮ ਤੁਕ ਹੈ, ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲਗਾ। ਮੈਂ ਉਹਦੇ ਚਰਨਾਂ ਦੇ ਵਿੱਚ ਆਪਣਾ ਸੀਸ ਦੇ ਦੇਵਾਂ। ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਨਵੇਂ ਸਾਲ ਸੰਮਤ 555 ਚੇਤ ਮਹੀਨੇ ਦੀ ਆਰੰਭਤਾ, ਨਵੇਂ ਸਾਲ ਨਾਨਕਸ਼ਾਹੀ ਦੇਸੀ ਸਾਲ ਦੀ ਆਰੰਭਤਾ। ਆਪ ਸਾਰਿਆਂ ਨੂੰ ਮੁਬਾਰਕਾਂ। ਇੱਕ ਕੰਮ ਕਰ ਲਿਓ ਬਸ, ਆਪਣੇ ਘਰਾਂ ਪਰਿਵਾਰਾਂ ਬੱਚਿਆਂ ਮਿੱਤਰ ਸੰਗੀਆਂ ਨੂੰ ਇਹ ਕਹਿ ਦਿਓ ਕਿ ਨਵੇਂ ਸਾਲ ਦੀ ਮੁਬਾਰਕ। ਬਸ ਇਹ ਕੰਮ ਕਰ ਲਿਓ। ਇਹਦੇ ਕਹਿਣ ਨਾਲ ਹੀ ਉਹ ਪੁੱਛਣਗੇ ਕਿਹੜਾ ਨਵਾਂ ਸਾਲ। ਫਿਰ ਤੁਸੀਂ ਉਹਨਾਂ ਨੂੰ ਚੇਤੇ ਕਰਾ ਦਿਓ, ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਕਣਾ। ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ। ਆਪ ਸੰਗਤਾਂ ਦੀ ਚਰਨ ਪਰਸਨ ਦਾ ਮੌਕਾ ਬਖਸ਼ਿਆ। ਆਪ ਸੰਗਤਾਂ ਦਾ ਧੰਨਵਾਦ।
ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ ਧੰਨਵਾਦ, ਅੱਜ ਉਹਨਾਂ ਨੇ ਆਪ ਸੰਗਤਾਂ ਦੀ ਸੇਵਾ ਦਾ ਮੌਕਾ ਬਖਸ਼ਿਆ ਜੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਭਾਈ ਸਾਹਿਬ ਜੀ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਆਨੰਦ ਓੰਕਾਰ